तुमरी महिमा बरन ना सको, तू ठाकुर ऊच भगवाना। पंज प्याले पंज पीर, छठम पीर बैठा गुर भारी। अर्जुन काया पलट कै, मूरत हर गोबिंद सवारी। चली पीड़ी सोडिया, रूप दिखावन बारो वारी। दल पंजन गुर सूरमा, दल पंजन गुर सूरमा। वड योधा बहु पर उपकारी। सतनाम श्री वाहिगुरु साहिब जी। अषाढ़ तपंदा तिस लगे, हर नहा न जिन्ना पास। जग जीवन पुरख त्याग कै, मानस संधियास। आषाढ़ तपंदा तिस लगे, हर नहा न जिन्ना पास। जग जीवन पुरख त्याग कै, मानस संधियास। दोये भाए विगुचियै, गल पई सो जम की फास। जेहा बीजै सो लुणै, मत्थै जो लखियास। रैण विहाणी पछताणी, उठ चली गई निरास। जिनको साधु भेटियै, सो दरगै होए खलास। कर कृपा प्रभ अपनी, तेरे दर्शन होए प्यास। प्रभ तुद बिन दूजा को नहीं, नानक की अरदास। अषाढ़ सुहंदा तिस लगे, जिस मन हर चरण निवास। प्रभ तुद बिन दूजा को नहीं, नानक की अरदास। अषाढ़ सुहंदा तिस लगे, जिस मन हर चरण निवास। वाहिगुरु जी का खालसा, वाहिगुरु जी की फतेह। सतगुरु गुरु गरीब निवाज, जुगो जुग अटल। धन धन साहिब श्री गुरु ग्रंथ ਸਾਹਿਬ महाराज सच्चे पातशाह जी की पावन और पवित्र गुर गोद विच हफ्तावारी दीवान गदरी बाबियां दे पावन इतिहासक स्थान गुरुद्वारा ਸਾਹਿਬ स्टाकटन विखे। सो अज आपां जो मेरी प्री दे मालिक धन धन साहिब श्री गुरु हरगोबिंद ਸਾਹਿਬ महाराज सच्चे पातशाह जी पिछले दिनी तिन्हां दा गुरता गद्दी दिवस लंघ के गया है। सो गुरु साहिब जी ने बेअंत अपार बख्शिश कृपा की है। काफ़ी लंबे समय तो जो ये चल रही भयानक बीमारी के दौरान समय ते माहौल समय की नजाकत नूं वेखदिआं आपां सारिਆਂ ने जो रूल जो इस अस्थान तो संगतां नूं बेनती कीती सी, आप जी ने भावें उस बेनती नूं सारिਆਂ ने प्रवान भी किया है, पर फिर भी
ਸੰਗਤਾਂ ਬੜੀਆਂ ਉਤਾਵਲੀਆਂ ਸਨ ਕਿ ਗੁਰੂ ਘਰਾਂ ਦੇ ਵਿੱਚ ਮੁੜ ਕੇ ਦੁਬਾਰਾ ਫਿਰ ਉਹੀ ਰੌਣਕ ਆਵੇ। ਜਿਸ ਤਰ੍ਹਾਂ ਇੱਕ ਪਿਆਸੇ ਨੂੰ ਖੂਹ ਦੀ ਭਾਲ ਹੁੰਦੀ ਹੈ, ਇਸੇ ਤਰ੍ਹਾਂ ਜਿਹੜੇ ਗੁਰੂ ਨਾਲ ਜੁੜੇ ਹਨ, ਭਾਵੇਂ ਘਰੇ ਬਹਿ ਕੇ ਵੀ ਗੁਰੂ ਗੁਰੂ ਆਪਾਂ ਜਪ ਸਕਦੇ ਹਾਂ, ਪਰ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਮਰਜ਼ਾਦਾ ਬਣਾਈ ਹੈ, ਉਸ ਮਰਜ਼ਾਦਾ ਦੇ ਮੁਤਾਬਕ ਜੇ ਦੇਖੀਏ, ਭਾਵੇਂ ਕਿਤਾਬਾਂ ਆਦਿਕ ਅਸੀਂ ਲਾਇਬ੍ਰੇਰੀ ਵਿੱਚ ਵੀ ਪੜ੍ਹ ਸਕਦੇ ਹਾਂ, ਭਾਵੇਂ ਘਰ ਦੇ ਵਿੱਚ ਸਾਰੀਆਂ ਕਿਤਾਬਾਂ ਲਿਆ ਕੇ ਜੇ ਟੀਚਰ ਦਾ ਬੱਚਾ ਘਰ ਦੇ ਵਿੱਚ ਹੀ ਪੜ੍ਹ ਲਿਖ ਕੇ ਇੱਕ ਟੀਚਰ ਬਣ ਸਕਦਾ ਹੋਵੇ, ਤੇ ਮੇਰੇ ਖਿਆਲ 'ਚ ਸਕੂਲ ਕਾਲਜਾਂ ਦੀ ਲੋੜ ਨਾ ਪਵੇ। ਇਸੇ ਤਰ੍ਹਾਂ ਗੁਰੂ ਸਾਹਿਬਾਨਾਂ ਨੇ 10 ਗੁਰੂ ਸਾਹਿਬਾਨਾਂ ਨੇ ਇਹ ਸਰੀਰਕ ਜਾਮੇ ਧਾਰਨ ਕਰਕੇ ਫਿਰ ਜਿਹੜਾ ਆਪਣਾ ਰੱਬੀ ਗਿਆਨ ਸੀ ਉਹ ਅੱਜ ਸਾਡੇ ਸਾਹਮਣੇ ਹੈ, ਪ੍ਰਕਾਸ਼ਮਾਨ ਰੂਪ ਦੇ ਵਿੱਚ ਆਪਾਂ ਲਾਹਾ ਲੈ ਰਹੇ ਹਾਂ। ਸੋ ਆਓ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਉਹ ਜਿਹੜੀ ਰੌਣਕ ਕੁਝ ਸਮੇਂ ਲਈ ਗੁਰਦੁਆਰਿਆਂ ਦੇ ਵਿੱਚੋਂ, ਗੁਰੂ ਘਰਾਂ ਦੇ ਵਿੱਚੋਂ ਸਮੇਂ ਦੀ ਨਜਾਕਤ ਨੂੰ ਵੇਖਦਿਆਂ ਸਮਝਦਿਆਂ ਅਲੋਪ ਹੋ ਚੁੱਕੀ ਸੀ। ਗੁਰੂ ਬਖਸ਼ ਸਦਕਾ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਕਿ ਉਹ ਖੁਸ਼ੀ ਦੀ ਬਹਾਰ, ਉਹ ਖੁਸ਼ੀ ਦੀ ਲਹਿਰ, ਉਹੀ ਏਕਤਾ ਫਿਰ ਸਾਡੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਰੱਥਾ ਬਣਾਉਣ, ਬਖਸ਼ਿਸ਼ ਕਰਨ, ਔਰ ਦੁਬਾਰਾ ਫਿਰ ਉਹ ਉਸੇ ਤਰ੍ਹਾਂ ਹੀ ਗੁਰੂ ਘਰ ਦੇ ਵਿੱਚ ਰੌਣਕ ਲੱਗੇ ਔਰ ਅਸੀਂ ਸਤਿਗੁਰਾਂ ਦੀ ਬਾਣੀ ਦਾ ਲਾਹਾ ਲੈ ਸਕੀਏ। ਸਾਰੀ ਸੰਗਤ ਪਿਆਰ, ਅਦਬ, ਸਤਿਕਾਰ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਬਾਣੀ 12 ਮਹਾ ਉਚਾਰਨ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ 12 ਮਹਾ ਨਾਮ ਦੀ ਬਾਣੀ ਉਚਾਰਨ ਕੀਤੀ। ਉਪਰੰਤ ਫਿਰ ਉਹੀ ਸਤਿਗੁਰੂ ਜੀ, ਜੋਤ ਇੱਕੋ ਹੀ ਹੈ, ਪੰਜਵੇਂ ਜਾਮੇ ਦੇ ਵਿੱਚ ਆ ਕੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਜਿਹੜੀ ਗੁਰਿਆਈ ਦਾ ਹੈ ਉਹ ਮੱਧ ਲੱਗ ਜਾਂਦਾ ਆ ਕੇ। ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ, 5 ਪਿਆਲੇ 5 ਪੀਰ ਛਠਮ ਪੀਰ, ਛਠਮ ਦੇ ਅਰਥ ਨੇ 6ਵਾਂ। 5 ਪਿਆਲੇ 5 ਪੀਰ ਛਠਮ ਪੀਰ, ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ। ਕਾਇਆ ਪਲਟੀ ਹੈ, ਜੋਤ ਨਹੀਂ ਪਲਟੀ, ਜੋਤ ਉਹੀ ਆ ਰਹੀ ਹੈ। ਅਰਜੁਨ ਕਾਇਆ ਪਲਟ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕਰ ਦਿੱਤਾ ਹੈ, ਮੂਰਤ ਹਰ ਗੋਬਿੰਦ ਸਵਾਰੀ। ਤੇ ਫਿਰ ਉਹ ਜਿਹੜੀ ਜੋਤ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੁਰਤਾ ਗੱਦੀ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਬਾਰੇ ਆਪਾਂ ਪਿਛਲੇ ਦਿਨੀ ਵਿਚਾਰ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਲਾਹੌਰ ਜਾਣ ਲੱਗੇ, ਸਤਿਗੁਰਾਂ ਦੇ ਨਾਲ 5 ਪ੍ਰਾਨਾਂ ਤੋਂ ਪਿਆਰੇ ਸਿੱਖ ਨੇ। ਭਾਈ ਪੈੜਾ ਜੀ ਹਨ, ਭਾਈ ਬਿਧੀ ਚੰਦ ਹੈ, ਭਾਈ ਲੰਗਾਹਾ ਹੈ। ਇਸ ਤਰ੍ਹਾਂ ਇਹ 5 ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਲਾਹੌਰ ਤੱਕ ਨਾਲ ਗਏ ਸਨ। ਤੇ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਤਾਂ ਇਹਨਾਂ 5 ਸਿੱਖਾਂ ਨੇ ਆਪਣੇ ਦੀਦਿਆਂ ਦੇ ਨਾਲ, ਆਪਣੇ ਨੇਤਰਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਵਿੱਚ ਰੇਤ ਪੈਂਦੀ ਤੇ ਉਬਲਦੀ ਦੇਗ ਦੇ ਵਿੱਚ ਬੈਠਿਆਂ ਤੱਤੀ ਲੋਹ ਦੇ ਉੱਪਰ ਚੌਂਕੜਾ ਮਾਰਦਿਆਂ ਇਹਨਾਂ 5 ਨੇ ਆਪਣੀ ਨਜ਼ਰਾਂ ਦੇ ਨਾਲ ਤੱਕਿਆ ਸੀ। ਜਿਉਂ-ਜਿਉਂ ਸਮਾਂ ਬਦਲਿਆ, ਫਿਰ ਜਿਵੇਂ ਇਹ ਕਾਇਆ ਪਲਟੀ, ਇਹੀ ਗੁਰੂ ਜਦੋਂ 9ਵੇਂ ਜਾਮੇ ਵਿੱਚ ਆਇਆ, ਇਹ 5 ਉਸ ਵਕਤ ਆਪਣੇ ਗੁਰੂ ਦੀ ਸ਼ਹੀਦੀ ਵੇਖ ਰਹੇ ਸਨ। ਪਰ ਜਦੋਂ ਇਹ ਸਤਿਗੁਰੂ ਜੀ ਕਾਇਆ ਪਲਟ ਕੇ 9ਵੇਂ ਜਾਮੇ ਵਿੱਚ ਆਏ, ਤੇ ਅੱਜ ਗੁਰੂ ਦੀ ਸ਼ਹੀਦੀ ਨਹੀਂ, ਅੱਜ ਗੁਰੂ ਆਪਣੇ 5 ਸਿੱਖਾਂ ਦੀ ਸ਼ਹੀਦੀ ਵੇਖ ਰਿਹਾ ਸੀ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਬਾਣੀ ਦੇ ਵਿੱਚ ਭੱਟਾਂ ਨੇ ਜ਼ਿਕਰ ਕੀਤਾ ਹੈ ਕਿ ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬੋ ਧਾਇਓ, ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਅਵਤਾਰ ਦੇ ਅਰਥ ਹੁੰਦੇ ਨੇ ਅਵ ਪਲੱਸ ਤਾਰ, ਉੱਚੀ ਜਗ੍ਹਾ ਤੋਂ ਨੀਵੀਂ ਜਗ੍ਹਾ ਆਉਣਾ। ਤੇ ਜਿਹੜੇ ਨੀਵੀਂ ਜਗ੍ਹਾ ਦੇ ਵਿੱਚ ਜਿਹੜੇ ਜੀਵ ਵਸਦੇ ਨੇ, ਜਿਨ੍ਹਾਂ ਦੀ ਸੋਚ ਆਦਿਕ ਇਨਸਾਨੀਅਤ ਤਲ ਤੋਂ
ਜਿਨ੍ਹਾਂ ਦੀ ਥੱਲੇ ਜਾ ਚੁੱਕੀ ਸੀ ਉਹਨੂੰ ਉੱਚੀਆਂ ਚੁੱਕਣ ਵਾਸਤੇ ਫਿਰ ਸਾਡੇ ਗੁਰੂ ਸਾਹਿਬਾਨ ਆਏ। ਤੇ ਭੱਟ ਜੀ ਕਹਿੰਦੇ ਨੇ, ਕਹਿੰਦੇ ਤਤ ਵਿਚਾਰਿਐ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜੁਨ ਦੇ ਮਹਾਰਾਜ ਜੀ ਨੂੰ ਜਪਣਾ ਕੀ ਹੈ? ਉਹਨਾਂ ਦੀ ਬਾਣੀ ਨੂੰ ਪੜ੍ਹਨਾ, ਉਹਨਾਂ ਦੀ ਬਾਣੀ ਨੂੰ ਜਪਣਾ, ਉਹਨਾਂ ਦੀ ਬਾਣੀ ਦੀ ਵਿਚਾਰ ਕਰਨੀ ਹੀ ਗੁਰੂ ਅਰਜੁਨ ਦੇ ਮਹਾਰਾਜ ਜੀ ਨੂੰ ਜਪਣਾ ਹੈ। ਤੋ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਗਏ, ਇਹ ਮੈਂ ਪ੍ਰਸੰਗ ਨੂੰ ਤਾਂ ਸ਼ੁਰੂ ਕੀਤਾ ਹੈ ਕਿਉਂਕਿ ਪਿਛਲੇ ਦਿਨੀ ਆਪਾਂ ਸ਼ਹੀਦੀ ਦਿਹਾੜਾ ਮਨਾਇਆ 1984 ਦਾ ਵੀ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ। ਜਿੱਥੇ ਵੀ ਕੋਈ ਪੰਥ ਦਰਦੀ ਗੁਰੂ ਨਾਨਕ ਲੇਵਾ ਸਿੱਖ ਬੈਠੇ ਨੇ, ਵੇਖੋ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਵੀ ਅਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿੰਨਾ ਪਾਸ, ਇੱਥੇ ਨਾਹ ਦੇ ਅਰਥ ਨੇ ਖਸਮ ਮਾਲਕ। ਜੇ ਸਤਿਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਕਹੀ, ਇਹ ਕੇਵਲ ਇਹ ਨਹੀਂ ਵੀ ਕਹਿ ਦਿੱਤੀ ਤੇ ਸਤਿਗੁਰਾਂ ਨੇ ਉਹਨੂੰ ਜੀਵਨ ਵਿੱਚ ਢਾਲਿਆ ਨਹੀਂ। ਜੋ ਜੋ ਬਚਨ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਮੁਖ ਤੋਂ ਹਿਰਦੇ ਵਿੱਚੋਂ ਉਚਾਰਨ ਕੀਤੇ ਨੇ, ਇਨ ਬਿਨ ਉਸ ਬਾਣੀ ਨੂੰ ਜਿਵੇਂ ਪੜ੍ਹਿਆ ਉਚਾਰਿਆ ਤੇ ਉਹਨੂੰ ਸਰੀਰਕ ਤੌਰ ਤੇ ਦੁਨੀਆ ਦੇ ਸਾਹਮਣੇ ਉਸ ਗੱਲ ਦਾ ਪ੍ਰੈਕਟੀਕਲ ਕਰਕੇ ਵੀ ਦੱਸਿਆ ਹੈ। ਬੇਨਤੀ ਕਰ ਰਿਹਾ ਸਾਂ ਕਿ ਜਦੋਂ ਲਾਹੌਰ ਸਤਿਗੁਰੂ ਜੀ ਗਏ ਤੇ ਇਹ 5 ਸਿੱਖ ਨਾਲ ਗਏ ਸਨ। ਇਤਿਹਾਸ ਕਹਿੰਦਾ ਸਾਈਂ ਮੀਆਂ ਮੀਰ ਵੀ ਪਹੁੰਚਿਆ, ਕਿਉਂਕਿ ਅਕਬਰ ਦੇ ਅੱਖਾਂ ਬੰਦ ਕਰਦਿਆਂ ਉਹਦਾ ਪੁੱਤਰ ਜਹਾਂਗੀਰ ਆ ਕੇ ਦਿੱਲੀ ਦੇ ਤਖਤ ਤੇ ਬੈਠਾ ਸੀ ਤੇ ਦਿੱਲੀ ਦੇ ਤਖਤ ਤੇ ਜਹਾਂਗੀਰ ਬਹਿੰਦਾ ਤੇ ਉਹਦਾ ਜਿਹੜਾ ਪੁੱਤਰ ਹੈ ਨਾ ਖੁਸਰੋ, ਤੇ ਉਹਨੇ ਬਗਾਵਤ ਕਰ ਦਿੱਤੀ ਤੇ ਉਹ ਦਿੱਲੀ ਤੋਂ ਚੱਲਦਾ ਪੰਜਾਬ ਦੇ ਵੱਲ ਆਉਂਦਾ ਤੇ ਚਨਾਬ ਦਰਿਆ ਤੇ ਕਹਿੰਦੇ ਜਹਾਂਗੀਰ ਬਾਦਸ਼ਾਹ ਆਪਣੇ ਪੁੱਤਰ ਨੂੰ ਗ੍ਰਿਫਤਾਰ ਕਰ ਲੈਂਦਾ ਤੇ ਨਾਲ ਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਪਰ ਜਿਹੜੇ ਉਸ ਸਮੇਂ ਬ੍ਰਾਹਮਣ ਤੇ ਮੁਲਾਣੇ ਸਨ, ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਦਿਲੋਂ ਈਰਖਾ ਕਰਦੇ ਸਨ, ਤੇ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਨਾ, ਜਹਾਂਗੀਰ ਬਾਦਸ਼ਾਹ ਦੀ ਜਿਹੜੀ ਮਾਂ ਸੀ ਉਹ ਹਿੰਦੂ ਘਰਾਣੇ ਦੇ ਵਿੱਚੋਂ ਸੀ। ਤਾਂ ਹੀ ਤੇ ਜਿਹਨੂੰ ਇਤਿਹਾਸ ਪੜ੍ਹਦੇ ਆ ਨਾ ਕਿ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਉਹ ਜੋਤਸ਼ੀਆਂ ਤੇ ਪੰਡਤਾਂ ਦੇ ਉੱਪਰ ਬਹੁਤਾ ਵਿਸ਼ਵਾਸ ਰੱਖਦਾ ਸੀ, ਬਹੁਤ ਜ਼ਿਆਦਾ। ਤਾਂ ਹੀ ਤੇ ਜਦੋਂ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕੀਤਾ ਸੀ ਤੇ ਜਹਾਂਗੀਰ ਬਾਦਸ਼ਾਹ ਨੇ ਜੋਤਸ਼ੀ ਮਜੂਮੀ ਰੱਖੇ ਸਨ, ਜਿਵੇਂ ਜਿਵੇਂ ਉਹ ਕਹਿੰਦੇ ਸਨ ਤੇ ਉਵੇਂ ਉਵੇਂ ਜਹਾਂਗੀਰ ਕਰਦਾ ਸੀ। ਹੁਣ ਜਿਵੇਂ ਜਿਵੇਂ ਗੁਰੂ ਕਹਿੰਦਾ ਉਵੇਂ ਸਿੱਖ ਨਹੀਂ ਕਰਦੇ, ਸਿੱਖ ਵੀ ਉਵੇਂ ਕਰਦੇ ਨੇ ਜਿਵੇਂ ਜਿਵੇਂ ਪੰਡਤ ਕਹਿੰਦੇ ਨੇ। ਖੈਰ ਇਹ ਅਲੱਗ ਵਿਸ਼ਾ ਹੈ। ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਪਹੁੰਚੇ ਨੇ ਤੇ ਇਧਰੋਂ ਜਹਾਂਗੀਰ ਬਾਦਸ਼ਾਹ ਦੇ ਪੁੱਤਰ ਖੁਸਰੋ ਨੇ ਜਦੋਂ ਬਗਾਵਤ ਕੀਤੀ, ਇਹਨੂੰ ਵੀ ਪਕੜਿਆ ਗਿਆ, ਖੁਸਰੋ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਜਦੋਂ ਲਾਹੌਰ ਤੋਂ ਚੱਲ ਕੇ ਜਹਾਂਗੀਰ ਬਾਦਸ਼ਾਹ ਜਦੋਂ ਦਿੱਲੀ ਆਇਆ ਨਾ, ਤੇ ਖਿਮਾ ਕਰਨੀ ਜਦੋਂ ਦਿੱਲੀ ਤੋਂ ਲਾਹੌਰ ਪਹੁੰਚਿਆ ਤੇ ਲਾਹੌਰੋਂ ਜਦੋਂ ਇਹ ਵਾਪਸ ਪਰਤਣ ਲੱਗਾ ਤਾਂ ਉਸ ਸਮੇਂ ਕੁਝ ਮੁਲਾਣਿਆਂ ਨੇ, ਕੁਝ ਬ੍ਰਾਹਮਣਾਂ ਨੇ ਇਕੱਠਿਆਂ ਹੋ ਕੇ ਆਪਣੀ ਇੱਕ ਚਾਲ ਚੱਲੀ ਵੀ ਮੌਕਾ ਬੜਾ ਵਧੀਆ ਹੈ। ਕਿਉਂਕਿ ਪ੍ਰਸੰਗ ਤੁਸੀਂ ਸੁਣਿਆ ਕਿਵੇਂ ਇੱਕ ਦੀਵਾਨ ਚੰਦੂ ਸੀ, ਕਿਵੇਂ ਇੱਕ ਆਪਾਂ ਵੇਖਦੇ ਹਾਂ ਕਿ ਪ੍ਰਿਥੀ ਚੰਦ ਗੁਰੂ ਘਰ ਦਾ ਵਿਰੋਧੀ ਸਤਿਗੁਰਾਂ ਦਾ ਜਿਹੜਾ ਵੱਡਾ ਭਰਾ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ, ਇਹ ਸਾਰੇ ਉਸ ਵਿੱਚ ਮਿਲ ਚੁੱਕੇ ਸਨ ਪਰ ਸਾਰੇ ਸਵਾਰਥੀ ਸਨ। ਜਹਾਂਗੀਰ ਨੂੰ ਡਰ ਸੀ ਕਿਉਂਕਿ ਭਾਵੇਂ ਉਹ ਸਾਧੂ ਸੰਤਾਂ ਦਾ ਸਤਿਕਾਰ ਕਰਦਾ ਸੀ ਜਹਾਂਗੀਰ, ਪਰ ਕੋਈ ਵੀ ਰਾਜਾ ਕਦੇ ਇਹ ਨਹੀਂ ਚਾਹੁੰਦਾ ਕਿ ਉਹਦੇ ਰਾਜ ਭਾਗ ਦੇ ਵਿੱਚ ਕਿਸੇ ਸੰਤ ਦੀ, ਕਿਸੇ ਗੁਰਮੁਖ ਦੀ ਵਡਿਆਈ ਹੋਵੇ, ਉਹ ਲੋਕਾਂ ਦੇ ਵਿੱਚ ਇੰਨਾ ਕੁ ਪ੍ਰਚਲਿਤ ਹੋ ਜੇ ਕਿ ਲੋਕ ਉਸ ਸੰਤ ਦੇ ਪਿੱਛੇ ਲੱਗ ਜਾਣ, ਉਸ ਯੋਧੇ ਦੇ ਪਿੱਛੇ ਲੱਗ ਜਾਣ ਤੇ ਰਾਜੇ ਨੂੰ ਬਿਲਕੁਲ ਭੁੱਲ ਜਾਣ। ਆਪਾਂ ਸਾਰਿਆਂ ਨੇ ਵੇਖਿਆ ਕਿ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਬਾਬਾ ਜਰਨੈਲ ਸਿੰਘ ਜੀ ਇੰਨੇ ਕੁ ਲੋਕਾਂ ਦੇ ਵਿੱਚ ਮਸ਼ਹੂਰ ਹੋ ਗਏ ਤੇ ਜਿਹੜੀ ਦਿੱਲੀ ਹਕੂਮਤ ਸੀ ਉਹ ਤੜਫ ਉੱਠੀ ਤੇ ਉਹਨੂੰ ਕੋਈ ਪੁੱਛਦਾ ਨਹੀਂ ਸੀ। ਉਹਨਾਂ ਦੇਖਿਆ ਵੀ ਇਹਨਾਂ ਨੂੰ ਖਤਮ ਕਿਵੇਂ ਕਰਨਾ, ਮੈਂ ਅੱਗੇ ਜ਼ਿਕਰ ਕਰਾਂਗਾ। ਪਿਛਲੇ ਦਿਨੀ ਆਪਾਂ ਭਾਵੇਂ ਅਰਜ਼ ਕੀਤੀ ਸੀ। ਹੁਣ ਜਹਾਂਗੀਰ ਬਾਦਸ਼ਾਹ ਨਹੀਂ ਸੀ ਚਾਹੁੰਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਇੰਨੀ ਕੁ ਵਡਿਆਈ ਹੋਵੇ। ਉਹ ਤੇ ਜਿਵੇਂ ਸੁਣਦਾ ਸੀ ਤੋਜੋ ਕਿ ਜਹਾਂਗੀਰ ਬੁੱਕ ਵਿੱਚ ਉਹਨੇ ਲਿਖਿਆ ਕਿ ਜਿਹੜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਝੂਠ ਦੀ ਦੁਕਾਨ ਬੜੇ 5 ਪੀੜ੍ਹੀਆਂ ਤੋਂ 5ਵੀਂ ਪੀੜ੍ਹੀ ਸ਼ੁਰੂ ਹੋ ਗਈ ਹੈ।
ਇਹ ਜਿਹੜੀ ਚੱਲਦੀ ਆ ਰਹੀ ਹੈ ਤੇ ਇਹਨੂੰ ਬੰਦ ਕਰਨਾ ਬਣਦਾ ਹੈ। ਪਰ ਰਾਜਨੀਤਿਕ ਬੰਦਾ ਹਮੇਸ਼ਾ ਮੌਕੇ ਦੀ ਤਾੜ ਵਿੱਚ ਹੁੰਦਾ ਹੈ ਵੀ ਮੈਨੂੰ ਮੌਕਾ ਮਿਲੇ, ਜਦੋਂ ਸਮਾਂ ਮਿਲਿਆ ਉਦੋਂ ਵੇਖਾਂਗਾ। ਜਹਾਂਗੀਰ ਨੂੰ ਮੌਕਾ ਨਹੀਂ ਸੀ ਮਿਲ ਰਿਹਾ ਤੇ ਜਦੋਂ ਇਹ ਲਾਹੌਰੋਂ ਚੱਲਣ ਲੱਗਾ ਨਾ ਤੇ ਕੁਝ ਕੁ ਮੌਲਵੀ, ਕੁਝ ਕੁ ਬ੍ਰਾਹਮਣ ਇਕੱਠੇ ਹੋ ਕੇ ਜਹਾਂਗੀਰ ਬਾਦਸ਼ਾਹ ਨੂੰ ਕਹਿੰਦੇ ਜੀ ਜਹਾਂਪਨਾਹ, ਤੁਹਾਨੂੰ ਸ਼ਾਇਦ ਇੱਕ ਗੱਲ ਦਾ ਨਹੀਂ ਪਤਾ, ਤੁਸੀਂ ਭੁੱਲ ਗਏ ਜੇ। ਉਹ ਕਹਿੰਦਾ ਕੀ? ਕਹਿੰਦਾ ਵੇਖੋ, ਜਿਹੜਾ ਤੁਹਾਡਾ ਪੁੱਤਰ ਹੈ ਨਾ ਖੁਸਰੋ, ਜਦੋਂ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ ਸੀ ਨਾ ਤਾਂ ਇਸੇ ਗੁਰੂ ਅਰਜਨ ਦੇਵ ਜੀ ਨੇ, ਜਿਹਨੂੰ ਤੁਸੀਂ ਛੱਡ ਚੱਲੇ ਹੋ ਚੰਦੂ ਦੇ ਹਵਾਲੇ ਕਰਕੇ, ਇਸੇ ਗੁਰੂ ਅਰਜਨ ਦੇਵ ਨੇ ਤੁਹਾਡੇ ਪੁੱਤਰ ਨੂੰ ਮਾਨ ਸਨਮਾਨ ਵੀ ਕੀਤਾ, ਇਹਦੇ ਲਈ ਅਰਦਾਸ ਕੀਤੀ, ਆਸ਼ੀਰਵਾਦ ਦਿੱਤਾ, ਇਹਨੂੰ ਲੰਗਰ ਪ੍ਰਸ਼ਾਦਾ ਵੀ ਛਕਾਇਆ। ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਗਿਆ, ਸਤਿਗੁਰੂ ਜੀ ਕਹਿਣ ਲੱਗੇ ਜਿਸ ਲੰਗਰ ਦੇ ਵਿੱਚੋਂ ਅੱਜ ਤੇਰੇ ਪੁੱਤ ਖੁਸਰੋ ਨੇ ਪ੍ਰਸ਼ਾਦਾ ਛਕਿਆ ਤੇ ਕਦੀ ਇਸੇ ਲੰਗਰ ਦੇ ਵਿੱਚ ਆ ਕੇ ਤੇਰਾ ਪਿਓ ਲੇਲੜੀਆਂ ਕੱਢਦਾ ਸੀ, ਉਹਦੇ ਘਰ ਵਿੱਚ ਔਲਾਦ ਨਹੀਂ ਸੀ ਤੇ ਤੇਰਾ ਜਨਮ ਵੀ ਇਸ ਗੁਰੂ ਘਰ ਦੀ ਕਿਰਪਾ ਸਦਕਾ ਹੋਇਆ ਹੈ। ਜੇ ਤੇਰੇ ਪਿਓ ਨੇ ਗੋਇੰਦਵਾਲ ਸਾਹਿਬ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ, ਜੇ ਉਹ ਛਕ ਸਕਦਾ ਹੈ ਤੇ ਜੇ ਤੇਰੇ ਪੁੱਤਰ ਨੇ ਲੰਗਰ ਛਕ ਲਿਆ ਤੇ ਇਹਦੇ ਵਿੱਚ ਕੋਈ ਗੁਨਾਹ ਨਹੀਂ ਹੋ ਗਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਕੋਈ ਸਪੈਸ਼ਲ ਨਹੀਂ ਕਿਸੇ ਨੂੰ ਵੀ ਤੁਸੀਂ ਆ ਕੇ ਲੰਗਰ ਛਕੋ, ਇੱਥੇ ਗੁਰੂ ਦਾ ਲੰਗਰ ਹੈ, ਖੁੱਲਾ ਹੈ, ਤੁਸੀਂ ਆ ਕੇ ਛਕ ਸਕਦੇ ਹੋ। ਜੇ ਤੇਰਾ ਪਿਓ ਛਕ ਸਕਦਾ ਹੈ ਅਕਬਰ, ਤੇ ਜੇ ਤੇਰੇ ਪੁੱਤਰ ਨੇ ਛਕ ਲਿਆ, ਸੀ ਕਿਹੜਾ ਗੁਨਾਹ ਕਰ ਦਿੱਤਾ ਹੈ। ਹੁਣ ਜਦੋਂ ਕੋਈ ਸਚਾਈ ਤੁਸੀਂ ਬਿਆਨ ਕਰੋਗੇ, ਕੱਚ ਤੇ ਸਾਚੇ ਦੋ ਚੀਜ਼ਾਂ ਨੇ, ਕੱਚ ਪੈਰ ਵਿੱਚ ਵੱਜੇ, ਜੇ ਉਹ ਚੁੱਭੇ ਨਾ, ਉਹ ਕੱਚ ਨਹੀਂ ਹੁੰਦਾ, ਉਹ ਇੱਕ ਪਲਾਸਟਿਕ ਹੁੰਦੀ ਹੈ ਵੀ ਐਵੇਂ ਕੋਈ ਮਾੜਾ ਮੋਟਾ ਕੋਈ ਡੱਕਾ ਵੱਜਿਆ ਹੈ। ਕੱਚ ਹਮੇਸ਼ਾ ਜਦੋਂ ਵੱਜਦਾ ਉਹ ਲਹੂ ਲੁਹਾਨ ਕਰ ਦਿੰਦਾ ਪੈਰ ਨੂੰ, ਪਰ ਜਦੋਂ ਸੱਚ ਕੰਨਾਂ ਦੇ ਵਿੱਚ ਵੱਜਦਾ ਹੈ ਤਾਂ ਅੰਦਰੋਂ ਹਿਰਦਾ ਕਹਿੰਦੇ ਪਾਟਣ ਤੇ ਆ ਜਾਂਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਚਾਈ ਬਿਆਨ ਕੀਤੀ ਤੇ ਜਹਾਂਗੀਰ ਬਾਦਸ਼ਾਹ ਵੀ ਕੰਬ ਗਿਆ ਤੇ ਉਹਨੇ ਮਨ ਹੀ ਮਨ ਵਿੱਚ ਧਾਰ ਲਈ ਕਿ ਇਸ ਗੁਰੂ ਦੀ ਇੰਨੀ ਕੁ ਵਡਿਆਈ ਹੋ ਰਹੀ ਹੈ, ਜਿੰਨੇ ਲੋਕ ਨੇ ਖਾਸ ਕਰਕੇ ਸਾਈਂ ਮੀਆਂ ਮੀਰ ਇਸਲਾਮ ਧਰਮ ਦਾ ਉਸ ਸਮੇਂ ਦਾ ਸਿਰ ਕੱਢ ਪੀਰ ਹੈ, ਜਿਹਦੇ ਅੱਗੇ ਬਾਦਸ਼ਾਹ ਵੀ ਆ ਕੇ ਸਲਾਮ ਕਰਦਾ ਸੀ। ਇਹਨੇ ਦੇਖਿਆ ਜੇ ਸਾਈਂ ਮੀਆਂ ਮੀਰ ਵਰਗੇ ਇਸ ਗੁਰੂ ਦੇ ਕੋਲ ਆ ਕੇ ਝੁਕਦੇ ਨੇ, ਇਸ ਗੁਰੂ ਦੀ ਮੁਖ ਤੋਂ ਉਚਾਰਨ ਕੀਤੀ ਸੁਖਮਨੀ ਸਾਹਿਬ ਦੀ ਬਾਣੀ ਜੇ ਸਾਈਂ ਮੀਆਂ ਮੀਰ ਸੁਣਦਾ ਹੈ ਤਾਂ ਫਿਰ ਆਮ ਵਾਮ ਵਰਗ ਦਾ ਕੀ ਹਾਲ ਹੋਵੇਗਾ। ਉਹ ਲੋਕ ਤਾਂ ਆਪਣੇ ਆਪ ਹੀ ਇਹਨਾਂ ਦੇ ਧਰਮ ਦੇ ਵੱਲ ਤੁਰ ਪੈਣਗੇ, ਕਿਉਂ ਨਾ ਕਹਿੰਦੇ ਇਹਨਾਂ ਨੂੰ ਖਤਮ ਕੀਤਾ ਜਾਏ। ਤੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਉਹ ਜਿਹੜੀਆਂ 3 ਸ਼ਰਤਾਂ ਨੇ ਲਗਭਗ ਤੁਸੀਂ ਜਾਣਦੇ ਹੋ। ਦੀਵਾਨ ਚੰਦੂ ਆਪਣੀ ਪੜਾਸ ਕੱਢਦਾ, ਉਹ ਚਾਹੁੰਦਾ ਕਿ ਮੇਰੀ ਪੁੱਤਰੀ ਦਾ ਜਿਹੜਾ ਰਿਸ਼ਤਾ ਸ਼ਾਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੁੱਤਰ ਹਰਗੋਬਿੰਦ ਸਾਹਿਬ ਦੇ ਨਾਲ ਹੋ ਜੇ, ਤੇ ਜਦੋਂ ਮੇਰੀ ਬੱਚੀ ਮੇਰੀ ਧੀ ਹਰਗੋਬਿੰਦ ਸਾਹਿਬ ਦੀ ਪਤਨੀ ਬਣੇਗੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦ ਹੋ ਜਾਣਗੇ ਤਾਂ ਇਹ ਸਿੱਖਾਂ ਦੇ ਵਿੱਚ ਮੇਰੀ ਪੁੱਤਰੀ ਇੱਕ ਗੁਰੂ ਮਾਤਾ ਕਰਕੇ ਕਹਿਲਾਏਗੀ। ਦੂਜੀ ਗੱਲ ਉਹਨੇ ਆਖੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਕਿਉਂਕਿ ਹੁਣ ਜਿਹੜਾ ਦੀਵਾਨ ਚੰਦੂ ਹੈ ਉਹ ਮੁਸਲਮਾਨ ਨਹੀਂ, ਉਹ ਇੱਕ ਹਿੰਦੂ ਹੈ, ਉਹਨੂੰ ਕੀ ਲੋੜ ਪਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਸਲਾਮ ਦੀਆਂ ਆਇਤਾਂ ਦਰਜ ਕੀਤੀਆਂ ਜਾਣ। ਉਹਦੇ ਪਿੱਛੇ ਚਾਲ ਇਹ ਸੀ, ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸਲਾਮੀ ਮਤ ਇਸਲਾਮ ਦੀਆਂ ਆਇਤਾਂ ਲਿਖਾ ਦੇਵਾਂਗਾ ਤਾਂ ਜਹਾਂਗੀਰ ਬਾਦਸ਼ਾਹ ਮੇਰੇ ਤੇ ਬਹੁਤ ਖੁਸ਼ ਹੋਵੇਗਾ, ਕਿਉਂਕਿ ਚਾਪਲੂਸ ਬੰਦੇ ਵਡਿਆਈ ਬਹੁਤੀ ਭਾਲਦੇ ਹੁੰਦੇ ਨੇ। ਉਹਨੇ ਦੇਖਿਆ ਵੀ ਮੇਰੀ ਵਡਿਆਈ ਹੋਵੇਗੀ ਤੇ ਉਹਨੇ ਤੀਜੀ ਗੱਲ ਇਹ ਕਹੀ ਵੀ ਜੇ ਤੁਸੀਂ ਰਿਸ਼ਤਾ ਨਹੀਂ ਪ੍ਰਵਾਨ ਕਰਨਾ ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਹੰਮਦ ਸਾਹਿਬ ਦੀਆਂ ਆਇਤਾਂ ਨਹੀਂ ਦਰਜ ਕਰਨੀਆਂ ਤਾਂ ਫਿਰ ਤੁਸੀਂ ਆਪਣਾ ਧਰਮ ਛੱਡ ਦਿਓ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਧਰਮ ਛੱਡ ਕੇ ਮੌਤ ਨਹੀਂ ਆਉਂਦੀ ਬੰਦੇ ਨੂੰ। ਭਗਤ ਫਰੀਦ ਸਾਹਿਬ ਜੀ ਤਾਂ ਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਬੁੱਢਾ ਹੋਵਾ ਸੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ। ਜੇ ਕੋਈ ਬੰਦਾ ਕਵੇ ਮੇਰੀ 90 ਸਾਲ ਦੀ ਉਮਰ ਰੱਬ ਜੀ 10 ਕੁ ਹੋਰ ਦੇ ਦਿਓ, ਤੇ ਭਗਤ ਫਰੀਦ ਸਾਹਿਬ ਜੀ ਕਹਿੰਦੇ ਜੇ ਰੱਬ ਨੇ 10 ਹੋਰ ਦੇਤੀ 100 ਸਾਲ ਦੀ ਵੀ ਭੋਗ ਲਈ ਨਾ ਤਾਂ 100 ਸਾਲ ਭੋਗਣ ਤੋਂ ਬਾਅਦ ਹੀ ਮਰਨਾ ਹੀ ਪਏਗਾ, ਮੌਤ ਫਿਰ ਵੀ ਆਏਗੀ। ਭਾਵੇਂ 200 ਸਾਲ ਤੁਸੀਂ ਉਮਰ ਮੰਗ ਲਓ,
ਕਹਿੰਦੇ ਮੌਤ ਨੇ ਆਉਣਾ ਹੀ ਆਉਣਾ, ਮੌਤ ਤੋਂ ਅੱਜ ਤੱਕ ਨਾ ਕੋਈ ਭੱਜਿਆ ਨਾ ਭੱਜ ਸਕੇਗਾ, ਮਰਨਾ ਸਭ ਨੇ ਹੈ। ਪਰ ਕਈਆਂ ਦਾ ਮਰਨਾ ਇਦਾਂ ਦਾ ਹੁੰਦਾ ਹੈ ਕਿ ਉਹ ਮਰ ਤਾਂ ਜਾਂਦੇ ਨੇ, ਦੁਨੀਆ ਦੇ ਵਿੱਚ ਉਹ ਫਿਰ ਵੀ ਜਿਉਂਦੇ ਨੇ, ਉਹ ਮਰ ਜਾਂਦੇ ਨੇ, ਸਰੀਰਕ ਤੌਰ ਤੇ ਦੁਨੀਆ ਦੇ ਵਿੱਚੋਂ ਚਲੇ ਜਾਂਦੇ ਨੇ, ਪਰ ਉਹ ਲੋਕਾਂ ਦੇ ਮਨਾਂ ਵਿੱਚ, ਦਿਲਾਂ ਵਿੱਚ ਹਮੇਸ਼ਾ ਹੀ ਵਸਦੇ ਨੇ। ਖੈਰ ਬੇਨਤੀ ਕਰਾਂ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਉਬਲਦੀ ਦੇਗ ਵਿੱਚ ਬਿਠਾਇਆ ਗਿਆ। ਉਸ ਤੋਂ ਪਹਿਲਾਂ ਇਹਨਾਂ ਪੰਜਾਂ ਸਿੱਖਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਆਖੇ, ਕਿਉਂਕਿ ਜਿਹੜੀ ਗੁਰਿਆਈ ਵਾਲੀ ਅੱਜ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ, ਗੁਰਤਾ ਗੱਦੀ ਦਿਵਸ 1606 ਦੇ ਵਿੱਚ ਹੀ ਸਤਿਗੁਰਾਂ ਦੀ ਇਹ ਸ਼ਹਾਦਤ ਹੁੰਦੀ ਹੈ। ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਦੁਆਰਾ 2 ਤਲਵਾਰਾਂ, ਇੱਕ ਮੀਰੀ ਦੀ, ਕਿਰਪਾਨ ਲਫ਼ਜ਼ ਧਾਰਮਿਕ ਹੈ, ਤਲਵਾਰ ਦੇ ਅਰਥ ਹੁੰਦੇ ਨੇ ਤਲ ਪਲੱਸ ਵਾਰ। ਤਲਵਾਰ ਹਮੇਸ਼ਾ ਦੁਸ਼ਮਣ ਚੁੱਕਦਾ ਹੈ, ਜਿਹੜਾ ਸਿੱਖ ਹੈ ਉਹ ਹਮੇਸ਼ਾ ਕਿਰਪਾਨ ਚੁੱਕਦਾ ਹੈ। ਵੇਖਣ ਨੂੰ ਭਾਵੇਂ ਇਹ ਸਾਨੂੰ ਤਲਵਾਰ ਜਾਪਦੀ ਹੈ, ਜਦੋਂ ਆਪਾਂ ਇਹ ਤਲਵਾਰ ਕਿਸੇ ਦੇ ਉੱਪਰ ਬਿਨਾਂ ਗੱਲ ਤੋਂ ਜਾਂ ਦਰਬਾਰ ਵਿੱਚ ਇੰਜ ਕਹਿ ਲਓ ਤਲਵਾਰ ਚੱਕ ਕੇ ਗੁਰੂ ਸਾਹਿਬ ਦੇ ਮਾਰ ਇੱਕ ਦੂਜੇ ਦੇ ਝਗੜਾ ਕਰਾਂਗੇ ਤਾਂ ਇਹ ਕਿਰਪਾਨ ਨਹੀਂ, ਇਹ ਫਿਰ ਤਲਵਾਰ ਬਣ ਜਾਂਦੀ ਹੈ। ਜਿਹੜੀ ਕਿਰਪਾਨ ਹੈ ਉਹ ਧਰਮੀ ਬੰਦੇ ਚੁੱਕਿਆ ਕਰਦੇ ਨੇ। ਇੱਕ ਹੋਰ ਬੇਨਤੀ ਕਰਾਂ, ਕਿਰਪਾਨ ਦੇ ਅਰਥ ਹੁੰਦੇ ਨੇ ਕਿਰਪਾ ਪਲੱਸ ਆਣ, ਕਿਸੇ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ, ਮਜ਼ਲੂਮ ਨੂੰ ਬਚਾਉਣ ਦੇ ਲਈ ਹੱਥ ਵਿੱਚ ਕਿਰਪਾਨ ਪਕੜ ਲੈਣੀ। ਵੇਖੋ ਡਾਕਟਰ ਜਦੋਂ ਆਪਰੇਸ਼ਨ ਕਰਦਾ ਹੈ ਤੇ ਉਹੀ ਜਿਹੜੇ ਨਸਤਰ ਨੇ, ਜਿਹੜੇ ਹਥਿਆਰ ਨੇ ਉਹਦੇ ਕੋਲ, ਜੋ ਵੀ ਆਪਰੇਸ਼ਨ ਕਰਨ ਵਾਲੇ, ਹੁਣ ਉਹਦੇ ਹੱਥ ਵਿੱਚ ਨੇ, ਉਹ ਮਰੀਜ਼ ਦਾ ਇਲਾਜ ਕਰ ਰਿਹਾ ਹੈ। ਆਪਾਂ ਡੈਂਟਲਸ ਕੋਲ ਜਾਂਦੇ ਹਾਂ, ਡਾਕਟਰ ਕੋਲੋਂ ਸਾਡਾ ਇਲਾਜ ਕਰਦਾ ਹੈ, ਸਾਡੇ ਦੰਦ ਨੂੰ ਠੀਕ ਕਰਦਾ ਹੈ, ਬਾਹਰ ਵੀ ਕੱਢ ਦਿੰਦਾ, ਜਿਹੜੇ ਨਵੇਂ ਲਾਉਣੇ ਉਹ ਵੀ ਲਾ ਦਿੰਦਾ ਹੈ। ਪਰ ਜੇ ਉਂਝ ਇੱਥੋਂ ਦਾ ਤੇ ਪਤਾ ਨਹੀਂ, ਜੇ ਪੰਜਾਬ ਦੇ ਵਿੱਚ ਲੜਦਿਆਂ ਕਿਸੇ ਦਾ ਦੰਦ ਟੁੱਟ ਜੇ ਝਗੜੇ ਵਿੱਚ ਤਾਂ ਪਰਚਾ 326 ਦਾ ਬਣਦਾ ਹੈ। ਪਰ ਜੇ ਕੋਈ ਬੰਦਾ ਕਵੇ ਵੀ ਡਾਕਟਰ ਨੇ ਮੇਰੇ ਸਾਰੇ ਦੰਦ ਕੱਢ ਦਿੱਤੇ, ਕਿ ਇਹਦੇ ਤੇ ਵੀ 326 ਦਾ ਪਰਚਾ ਬਣੇਗਾ? ਬਿਲਕੁਲ ਨਹੀਂ, ਕਿਉਂਕਿ ਜਿਹੜਾ ਡਾਕਟਰ ਹੈ ਨਾ, ਉਹ ਜਦੋਂ ਆਪਰੇਸ਼ਨ ਕਰ ਰਿਹਾ ਸਾਡੇ ਦੰਦ ਦਾ ਜਾਂ ਸਾਡੇ ਸਰੀਰ ਦਾ, ਉਹ ਉਸ ਨਸਤਰ ਦੇ ਵਿੱਚੋਂ, ਉਸ ਜੋ ਵੀ ਚਾਕੂ ਹਥਿਆਰ ਉਹਦੇ ਕੋਲ ਨੇ, ਉਹਦੇ ਵਿੱਚੋਂ ਉਹ ਮਰੀਜ਼ ਦੀ ਜ਼ਿੰਦਗੀ ਲੱਭਦਾ ਪਿਆ ਹੈ, ਉਹ ਜ਼ਿੰਦਗੀ ਲੱਭ ਰਿਹਾ ਹੈ। ਪਰ ਜਦੋਂ ਉਹੀ ਸ਼ਸਤਰ, ਉਹੀ ਚਾਕੂ, ਜਦੋਂ ਕੋਈ ਇੰਜ ਕਹਿ ਲਓ ਜ਼ਾਲਮ ਬੰਦਾ ਜਦੋਂ ਕਿਸੇ ਗੁੰਡੇ ਦੇ ਹੱਥ ਵਿੱਚ ਆ ਜਾਂਦਾ ਹੈ, ਜਦੋਂ ਉਹ ਕਿਸੇ ਦੇ ਚਾਹੇ ਮੂੰਹ 'ਚ ਮਾਰੇ, ਸਿਰ 'ਚ ਮਾਰੇ, ਪੇਟ 'ਚ ਮਾਰੇ, ਜੇ ਆਪਾਂ ਕਹੀਏ ਵੀ ਇਹਦੇ ਤੇ ਕੋਈ ਕੇਸ ਦਰਜ ਨਹੀਂ ਹੋਣਾ, ਉਹ ਹੋਏਗਾ, ਕਿਉਂਕਿ ਉਹ ਕਿਸੇ ਦੀ ਜ਼ਿੰਦਗੀ ਨਹੀਂ ਲੱਭਦਾ, ਉਹ ਕਿਸੇ ਦੇ ਕਿਰਪਾਨ ਚਾਕੂ ਮਾਰ ਕੇ ਉਹਦੇ ਵਿੱਚੋਂ ਉਹਦੀ ਮੌਤ ਲੱਭਦਾ ਪਿਆ ਹੈ। ਦੋਵਾਂ ਵਿੱਚ ਇਹੀ ਫਰਕ ਹੈ। ਭਾਵੇਂ ਦੂਜੇ ਲੋਕਾਂ ਨੇ ਵੀ ਹਥਿਆਰ ਚੁੱਕੇ, ਉਹਨਾਂ ਨੇ ਉਹਨਾਂ ਹਥਿਆਰਾਂ ਦੇ ਵਿੱਚੋਂ ਲੋਕਾਂ ਦੀ, ਗਰੀਬਾਂ ਦੀ ਜਿਹੜੀ ਮੌਤ ਲੱਭੀ, ਪਰ ਜਦੋਂ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਸਤਰ ਚੁੱਕੇ, ਉਹਨਾਂ ਨੇ ਉਹਨਾਂ ਦੀ ਮੌਤ ਦੇ ਵਿੱਚੋਂ ਜ਼ਿੰਦਗੀ ਲੱਭੀ। ਜਿਹੜੇ ਆਤਮਿਕ ਤੌਰ ਤੇ ਵੀ ਮਰ ਚੁੱਕੇ ਸਨ, ਸਰੀਰਕ ਤੌਰ ਤੇ ਵੀ ਉਹਨਾਂ ਨੂੰ ਲਤਾੜਿਆ ਜਾ ਰਿਹਾ ਸੀ। ਬੇਨਤੀ ਕਰ ਰਿਹਾ ਸਾਂ ਕਿ ਬਾਬਾ ਬੁੱਢਾ ਸਾਹਿਬ ਜੀ ਨੇ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਨੂੰ ਜਾਣ ਲੱਗੇ ਤਾਂ ਫਿਰ ਆਹ ਜਿਹੜੀ ਗੁਰਤਾ ਗੱਦੀ ਸੀ ਨਾ, ਇਹ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਦੋ ਕਿਰਪਾਨਾਂ ਮੀਰੀ ਪੀਰ ਦੇ ਮਾਲਕ ਸਤਿਗੁਰਾਂ ਨੂੰ ਪਹਿਨਾਈਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਭਾਵ ਰਾਜ ਨੂੰ ਤੇ ਜੋਗ ਨੂੰ ਮੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋਵਾਂ ਨੂੰ ਇਕੱਠਿਆਂ ਕਰ ਦਿੱਤਾ। 1606 ਦੇ ਵਿੱਚ ਗੁਰਤਾ ਗੱਦੀ ਤੇ ਬਹਿੰਦੇ ਨੇ। 3 ਸਾਲਾਂ ਤੋਂ ਬਾਅਦ 1609 ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਇਨ ਬਿਨ ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ। ਜੇ ਮੈਂ ਇੰਜ ਕਹਿ ਦਿਆਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਲੈ ਕੇ 1984 ਤੋਂ ਲੈ ਕੇ ਤੇ ਹੁਣ ਤੱਕ, ਜੇ ਕਹਿੰਦੇ ਮੌਕੇ ਦੀਆਂ ਹਕੂਮਤਾਂ ਨੂੰ, ਜੇ ਲੋਕਾਂ ਨੂੰ ਜੇ ਚੁੱਭਦਾ ਪਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਹੀ ਚੁੱਭਦਾ ਪਿਆ ਹੈ। ਬਾਹਰੋਂ ਤਾਂ ਭਾਵੇਂ ਅਕਾਲ ਤਖਤ ਸਾਹਿਬ ਨੂੰ ਕਿੰਨੀ ਦਫਾ ਢਾਹ ਦਿੱਤਾ ਗਿਆ, ਹਰਮੰਦਰ ਸਾਹਿਬ ਜੀ ਨੂੰ ਵੀ, ਇਮਾਰਤ ਨੂੰ ਵੀ ਢਾਹ ਦਿੱਤਾ ਗਿਆ, ਉਹ ਦੁਬਾਰੇ ਵੀ ਬਣਾਇਆ ਗਿਆ। ਪਰ ਜੇ ਇੱਕ ਬੰਦੇ ਨੇ, ਬਾਬਾ ਸੰਤਾ ਸਿੰਘ ਨਿਹੰਗ ਸਿੰਘ, ਉਹਨੇ ਸਰਕਾਰੀ ਸ਼ਹਿ ਤੇ 1984 ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਜਦੋਂ ਬਣਾਤਾ ਸੀ, ਸੰਗਤ ਨੇ ਪ੍ਰਵਾਨ ਨਹੀਂ ਸੀ ਕੀਤਾ। ਸੰਗਤ ਨੇ ਕਹਿੰਦੇ ਨਹੀਂ,
ਇਹ ਜਿਹੜਾ ਤਖਤ ਹੈ ਇਹ ਸਰਕਾਰੀ ਬਣ ਜਾਏਗਾ। ਜੇ ਸਰਕਾਰ ਦੇ ਪੈਸੇ ਨਾਲ ਬਣਿਆ, ਇਹ ਤਾਂ ਸੰਗਤ ਦੇ ਇੱਕ ਇੱਕ ਪੈਸੇ ਦੇ ਨਾਲ ਇਹ ਤਖਤ ਬਣੇਗਾ। ਕਹਿੰਦੇ ਉਸ ਇਮਾਰਤ ਨੂੰ ਢਾਹ ਕੇ ਸੰਗਤ ਦੇ ਪੈਸੇ ਨਾਲ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਬਣਾਇਆ ਸੀ। ਸ਼ਾਇਦ ਮੈਂ ਪਿਛਲੇ ਸਾਲ ਵੀ ਅਰਜ਼ ਕੀਤੀ ਸੀ, ਉਹ ਸਿੱਖੋ ਜੇ ਕਿਤੇ ਥੋੜੀ ਬਹੁਤੀ ਵੀ ਇਮਾਰਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰੱਖ ਲਈ ਹੁੰਦੀ ਤਾਂ ਅੱਜ ਸਾਨੂੰ ਇੰਨਾ ਸਿਰ ਖਪਾਈ ਕਰਨ ਦੀ ਲੋੜ ਨਹੀਂ ਸੀ ਕਿ ਸਾਡੇ ਨਾਲ ਉਦੋਂ ਕਿਵੇਂ ਔਰ ਤੇ ਕੀ ਵਾਪਰਿਆ, ਤੇ ਉਹਨੂੰ ਨਾਲੋਂ ਨਾਲ ਉਹਨਾਂ ਨਿਸ਼ਾਨੀਆਂ ਨੂੰ ਤਾਂ ਹੀ ਉਹਦੇ ਉੱਤੇ ਕੂਚੀ ਮਾਰ ਦਿੱਤੀ ਗਈ ਤਾਂ ਕਿ ਸਿੱਖਾਂ ਨੂੰ ਇਹ ਹਮੇਸ਼ਾ ਲਈ ਭੁੱਲ ਜਾਏ। ਜੇ ਲੋਕ 25,000 ਸਾਲ ਅੱਜ ਤੋਂ ਪਹਿਲੋਂ ਰਾਵਣ ਨੂੰ ਨਹੀਂ ਭੁੱਲੇ, ਉਹਦਾ ਹਰ ਸਾਲ ਦੁਸਹਿਰਾ ਮਨਾਉਂਦੇ ਨੇ, ਉਹਦੀ ਵਿਚਾਰੀ ਦੀ ਹਰ ਸਾਲ ਉਹਦੀ ਬੇਅਦਬੀ ਕੀਤੀ ਜਾਂਦੀ ਹੈ ਤੇ ਰਾਮਚੰਦਰ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਫਿਰ ਸਿੱਖਾਂ ਦੀਆਂ ਨਿਸ਼ਾਨੀਆਂ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ? 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਅੱਜ ਵੇਖਦੇ ਹਾਂ ਆਪਾਂ ਜੋ ਕੁਝ ਵਾਪਰਿਆ, ਮੈਂ ਉਸ ਬੰਨੇ ਨਾ ਜਾਵਾਂ। ਜੇ ਉਹ ਨਿਸ਼ਾਨ ਅੱਜ ਤੱਕ ਸਾਂਭ ਕੇ ਰੱਖੇ ਤੁਸੀਂ ਸਾਰਿਆਂ ਨੇ ਦੇਖੇ ਤਾਂ ਫਿਰ 1984 ਦੀਆਂ ਨਿਸ਼ਾਨੀਆਂ ਵੀ ਸਾਂਭ ਕੇ ਰੱਖੀਆਂ ਜਾ ਸਕਦੀਆਂ ਸਨ। ਖੈਰ, ਜਿਹੜੀ ਅਰਜ਼ ਕਰ ਰਿਹਾ ਸਾਂ ਕਿ ਗੁਰੂ ਸਾਹਿਬ ਜੀ ਨੇ 2 ਕਿਰਪਾਨਾਂ ਪਹਿਨੀਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਤੋਂ ਫਿਰ ਇਹਨਾਂ 5 ਸਿੱਖਾਂ ਨੂੰ ਸ਼ਹੀਦੀ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੇਰੇ ਗੁਰਸਿੱਖੋ, ਪੁੱਤਰ ਹਰਗੋਬਿੰਦ ਸਾਹਿਬ ਨੂੰ ਕਹਿਣਾ ਕਿ ਅਸੀਂ ਸ਼ਹਾਦਤ ਦੇਣ ਲੱਗੇ ਹਾਂ, ਤੱਤੀ ਤਵੀ ਉਬਲਦੀ ਦੇਗ ਦੇ ਵਿੱਚ ਅਸੀਂ ਬਹਿ ਜਾਣਾ, ਕਿਉਂਕਿ ਇਹ ਪਾਣੀ ਇਹ ਅੱਗ ਦਾ ਸੁਭਾਅ ਹੈ ਕਿ ਉਹਨੇ ਸਰੀਰ ਨੂੰ ਸਾੜਨਾ ਹੀ ਸਾੜਨਾ ਹੈ, ਪਰ ਇਹ ਸਾਡੇ ਤਨ ਨੂੰ ਸਾਡੇ ਸਰੀਰ ਨੂੰ ਸਾੜ ਸਕਦੀ ਹੈ, ਪਰ ਸਾਡੇ ਅੰਦਰ ਜੋ ਵਾਹਿਗੁਰੂ ਬੈਠਾ। ਇੱਕ ਹੋਰ ਬੇਨਤੀ ਕਰਦੇ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਕਿਉਂਕਿ ਜਦੋਂ ਮੁਕਤਸਰ ਦੇ ਇਲਾਕੇ ਦੇ ਵਿੱਚ ਸਤਿਗੁਰੂ ਪਹੁੰਚੇ ਸਨ ਤਾਂ ਕੁਝ ਕੁ ਲੋਕ ਮਾਝੇ ਤੋਂ ਇਕੱਠੇ ਹੋ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਤਿਗੁਰੂ ਜੀ ਤੁਹਾਡੀ ਹਾਰ ਹੋ ਗਈ ਹੈ ਤੇ ਤੁਹਾਡੀ ਅਸੀਂ ਔਰੰਗਜ਼ੇਬ ਦੇ ਨਾਲ ਸੁਲਾਹ ਕਰਾ ਦਿੰਨੇ ਆ, ਨਾ ਤੁਹਾਡੇ ਕੋਲ ਬਾਜ ਨੇ, ਨਾ ਤਾਜ ਹੈ, ਨਾ ਤੁਹਾਡੇ ਕੋਲ ਕੋਈ ਸਾਜ਼ ਹੈ, ਰੱਬੀ ਕੀਰਤਨ ਕਰਨ ਵਾਲਾ ਕੁਝ ਵੀ ਤੁਹਾਡੇ ਕੋਲ ਨਹੀਂ, ਬੱਚੇ ਤੁਹਾਡੇ ਸ਼ਹੀਦ ਹੋ ਗਏ ਨੇ, ਤੁਹਾਡੀ ਸੁਲਾਹ ਕਰਾ ਦਈਏ, ਹਾਰ ਤੁਹਾਡੀ ਹੋ ਚੁੱਕੀ ਹੈ, ਤੁਹਾਡੇ ਕੋਲ ਕੁਝ ਵੀ ਨਹੀਂ। ਤਾਂ ਉਸ ਸਮੇਂ ਕਲਗੀਧਰ ਦਸ਼ਮੇਸ਼ ਪਿਤਾ ਨੇ ਆਖਿਆ ਸੀ, ਕਹਿੰਦੇ ਨਹੀਂ, ਹਾਰ ਹੋ ਜਾਣੀ ਹੋਰ ਗੱਲ ਹੈ ਤੇ ਹਾਰ ਮੰਨ ਲੈਣੀ ਹੋਰ ਗੱਲ ਹੈ। ਜਫਰਨਾਮੇ ਵਿੱਚ ਸਤਿਗੁਰਾਂ ਨੇ ਉਹ ਬੋਲ ਬੜੇ ਪਿਆਰੇ ਨੇ, ਬੜੇ ਮਹੱਤਵਪੂਰਨ ਬੋਲ ਨੇ। ਸਤਿਗੁਰੂ ਜੀ ਕਹਿੰਦੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ, ਖੁਦਾਵੰਦ ਬਖਸ਼ੰਦਈ ਐਸ਼ੋ ਅਰਸ। ਸਤਿਗੁਰੂ ਜੀ ਕਹਿਣ ਲੱਗੇ ਭਾਵੇਂ ਕੋਈ ਸਾਜ਼ ਨਹੀਂ, ਕੋਈ ਬਾਜ ਨਹੀਂ, ਬੱਚੇ ਭਾਵੇਂ ਸਾਡੇ ਸ਼ਹੀਦ ਹੋ ਗਏ, ਪਰ ਕਹਿੰਦੇ ਅਸੀਂ ਫੇਰ ਵੀ ਹਾਰ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਜੇ ਅਸੀਂ ਹਾਰ ਮੰਨ ਲਾਂਗੇ ਤੇ ਜਿਹੜਾ ਵਾਹਿਗੁਰੂ ਪਰਮਾਤਮਾ ਸਾਡੇ ਅੰਦਰ ਬੈਠਾ ਹੈ, ਜਦੋਂ ਮੈਂ ਬਾਹਰੋਂ ਹਾਰ ਮੰਨ ਲਵਾਂਗਾ ਤੇ ਅੰਦਰ ਬੈਠੇ ਵਾਹਿਗੁਰੂ ਦੀ ਜਿਹੜੀ ਹਾਰ ਹੈ ਉਹ ਆਪਣੇ ਆਪ ਹੀ ਹੋ ਜਾਣੀ ਹੈ। ਜਿਹੜਾ ਗੁਰੂ ਆਪਣੀ ਬਾਣੀ ਵਿੱਚ ਪਹਿਲਾਂ ਇਹ ਗੱਲ ਕਹਿ ਗਿਆ ਹੈ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਜਿਹੜਾ ਪਹਿਲਾਂ ਹੀ ਕਹਿ ਗਿਆ ਕਿ ਮਾਲਕ ਵਾਹਿਗੁਰੂ ਸਦਾ ਹੀ ਮੇਰੇ ਅੰਗ ਸੰਗ ਹੈ, ਉਸ ਗੁਰੂ ਨੇ ਆਪਣਾ ਸਾਰਾ ਪਰਿਵਾਰ ਸਰਬੰਸ ਕੁਰਬਾਨ ਕਰਨ ਤੋਂ ਬਾਅਦ ਵੀ ਗਿਲਾ ਨਹੀਂ ਕੀਤਾ। ਉਸ ਮਾਲਕ ਦਾ ਸ਼ੁਕਰਾਨਾ ਕਰਦਿਆਂ ਬੰਦਾ ਗੁਰਦੁਆਰੇ ਆਉਂਦਿਆਂ ਠੋਕਰ ਵੱਜੇ ਤੇ ਕਹਿੰਦਾ ਪਤਾ ਨਹੀਂ ਰੱਬ ਹੈ ਵੀ ਕਿ ਨਹੀਂ, ਆਉਂਦਿਆਂ ਕੋਈ ਗੱਡੀ ਵਹੀਕਲ ਖਰਾਬ ਹੋ ਜੇ ਕਹਿੰਦਾ ਪਤਾ ਨਹੀਂ ਰੱਬ ਹੈ ਵੀ ਕਿ ਨਹੀਂ। ਬੱਚੇ ਸ਼ਹੀਦ ਕਰਾ ਕੇ ਸਭ ਕੁਝ ਉਜੜ ਚੁੱਕਿਆ ਹੈ ਤੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਕੋਈ ਨਿਰਾਸ਼ਤਾ ਨਹੀਂ। 5ਵੇਂ ਜਾਮੇ ਵਿੱਚ ਤੱਤੀ ਤਵੀ ਤੇ ਬਹਿਣ ਲੱਗੇ ਕਹਿੰਦੇ ਨੇ, ਉਲਾਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ। ਤੇ 10ਵੇਂ ਜਾਮੇ ਵਿੱਚ ਕਹਿੰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। 5ਵੇਂ ਜਾਮੇ 'ਚ ਵੀ ਸ਼ੁਕਰਾਨਾ, 10ਵੇਂ ਜਾਮੇ ਵਿੱਚ ਵੀ ਸ਼ੁਕਰਾਨਾ ਕਰਦੇ ਨੇ। ਤੇ ਅੱਜ 6ਵੇਂ ਜਾਮੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਦੇ ਪਿਤਾ ਨੇ ਇਹ ਕਹਿ ਦਿੱਤਾ ਸਿੱਖਾਂ ਨੂੰ ਕਿ ਜਾ ਕੇ ਕਹਿ ਦਿਓ ਕੋਈ ਰੋਸ ਨਹੀਂ ਕਰਨਾ, ਕੋਈ ਗਿਲਾ ਨਹੀਂ ਕਰਨਾ, ਕੋਈ ਪਛਤਾਵਾ ਨਹੀਂ ਕਰਨਾ। ਸਗੋਂ ਮੈਕਾਲਫ ਨੇ ਇਹ ਗੱਲ ਲਿਖੀ ਹੈ, ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹਦਾਇਤ ਕੀਤੀ ਗਈ ਸਿੱਖਾਂ ਨੂੰ ਕਿ ਸਹਿਜ ਪਾਠ ਰੱਖਿਆ ਜਾਏ। 10ਵੇਂ ਦਿਨ
फिर ਉਹਦਾ ਭੋਗ ਪਾਇਆ ਜਾਏ, ਪਾਇਆ ਵੀ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਬੜੀ ਵੱਡੀ ਗੱਲ ਮਕਾਲਫ ਨੇ ਲਿਖੀ ਹੈ, ਸਾਡੇ ਲਈ ਇੱਕ ਸੇਧ ਹੈ। ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ 10ਵੇਂ ਦਿਨ ਸਹਿਜ ਪਾਠ ਦਾ ਭੋਗ ਪਾਇਆ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਅਰਦਾਸ ਬੇਨਤੀ ਹੁੰਦੀ ਹੈ। ਸਾਡੇ ਗੁਰੂ ਸਾਹਿਬਾਨਾਂ ਦੀ ਬਣਾਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਚੱਲੀ ਹੋਈ ਇਹ ਮਰਜ਼ਾਦਾ ਆ ਰਹੀ ਹੈ, ਕਿਸੇ ਬੰਦੇ ਦੀ ਬਣਾਈ ਨਹੀਂ, ਕਿਸੇ ਬੰਦੇ ਦੀ ਨਹੀਂ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਵੇਂ ਕਿਹਾ, ਬਾਬਾ ਬੁੱਢਾ ਸਾਹਿਬ ਜੀ ਨੇ ਆਪ ਪਾਠ ਕੀਤਾ, ਸੰਗਤਾਂ ਨੇ ਸੁਣਿਆ, ਭੋਗ ਪਾਇਆ ਗਿਆ। ਤੇ ਜਦੋਂ ਇਦਾਂ ਹੀ ਦੀਵਾਨ ਸਜਿਆ ਸੀ, ਦੀਵਾਨ ਦੀ ਸਮਾਪਤੀ ਹੋਈ ਹੈ ਤਾਂ ਮੀਰੀ ਪੀਰ ਦੇ ਮਾਲਕ ਮੇਰੇ ਸਤਿਗੁਰਾਂ ਨੇ ਆਖਿਆ ਕਿ ਹੁਣ ਜਿੰਨੇ ਵੀ ਤੁਸੀਂ ਆਓਗੇ, ਕਹਿੰਦੇ ਪਹਿਲੀ ਦਫਾ ਮਾਝੇ ਦੇ 500 ਜਵਾਨਾਂ ਨੇ ਆ ਕੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰੂ ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਧਨ ਦੌਲਤ ਪਦਾਰਥ ਨਹੀਂ ਚਾਹੀਦੇ, ਸਾਡੇ ਤੇ ਕਿਰਪਾ ਕਰੋ, ਸਾਨੂੰ 6 ਮਹੀਨਿਆਂ ਬਾਅਦ ਤਨ ਢੱਕਣ ਲਈ ਕੋਈ ਚੋਲਾ ਤੇ ਪੁਸ਼ਾਕ, ਛਕਣ ਲਈ 2 ਵਕਤ ਦਾ ਲੰਗਰ ਮਿਲ ਜਾਏ ਤੇ ਠੀਕ ਹੈ, ਪਰ ਅਸੀਂ ਕਹਿੰਦੇ ਇਹ ਰਹਿੰਦੀ ਜਵਾਨੀ ਕਹਿੰਦੇ ਤੁਹਾਡੇ ਲੇਖੇ ਲਾਉਣੀ ਹੈ। 500 ਜਵਾਨ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਆਏ, ਇਤਿਹਾਸ ਇਹ ਕਹਿੰਦਾ ਕਿ ਸਤਿਗੁਰਾਂ ਨੇ ਇਹ ਵੀ ਆਖਿਆ ਵੀ ਜਿਹੜੇ ਵਪਾਰੀ ਲੋਕ ਘੋੜੇ ਲੈ ਕੇ ਆਉਂਦੇ ਨੇ ਤੇ ਉਹਨਾਂ ਵਪਾਰੀਆਂ ਨੂੰ ਬਣਦੀ ਯਥਾਯੋਗ ਜਿੰਨੀ ਘੋੜੇ ਦੀ ਕੋਈ ਮਾਇਆ ਉਹਨਾਂ ਨੂੰ ਮਾਇਆ ਦਿੱਤੀ ਜਾਏ, ਘੋੜੇ ਖਰੀਦੇ ਜਾਣ, ਸ਼ਸਤਰ ਖਰੀਦੇ ਜਾਣ। ਕਿਸੇ ਚੀਜ਼ ਤੇ ਮੇਰੇ ਗੁਰੂ ਨੇ ਨਜਾਇਜ਼ ਕਬਜ਼ਾ ਨਹੀਂ ਕੀਤਾ, ਸਗੋਂ ਮਾਇਆ ਦੇ ਕੇ ਉਹਨਾਂ ਚੀਜ਼ਾਂ ਨੂੰ ਖਰੀਦ ਲਿਆ ਗਿਆ। ਸਿੱਖ ਮਸੰਦ ਜਿਹੜੇ ਨਗਰਾਂ ਵਿੱਚ ਜਾਂਦੇ, ਜਿਹੜੀ ਸੰਗਤ ਦਸਵੰਧ ਕੱਢਦੀ ਸੀ ਨਾ, ਤੇ ਉਹਦੇ ਨਾਲ ਫਿਰ ਅੱਗੋਂ ਜਿਹੜੇ ਕਾਰਜ ਸ਼ੁਰੂ ਹੁੰਦੇ ਸਨ। ਕਹਿੰਦੇ ਜਹਾਂਗੀਰ ਬਾਦਸ਼ਾਹ ਜਦੋਂ ਕਸ਼ਮੀਰ ਤੋਂ, ਹੋਰ ਮੈਂ ਬੇਨਤੀ ਕਰਦਾ ਜਾਵਾਂ, ਜਦੋਂ ਕਸ਼ਮੀਰ ਤੋਂ ਚੱਲ ਕੇ ਇਹ ਬਾਦਸ਼ਾਹ ਇੱਧਰ ਹਰਮੰਦਰ ਸਾਹਿਬ ਆਇਆ ਸੀ ਨਾ, ਤਾਂ ਸਤਿਗੁਰਾਂ ਦਾ ਸ਼ਾਹੀ ਠਾਠ-ਬਾਠ ਵੇਖਿਆ ਤੇ ਸਤਿਗੁਰੂ ਜੀ ਇੱਧਰੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਵਾਪਸ ਪਰਤ ਕੇ ਆਏ ਸਨ। ਤਾਂ ਜਹਾਂਗੀਰ ਨੇ ਲੰਗਰ ਪ੍ਰਸ਼ਾਦਾ ਪਾਣੀ, ਵੇਖੋ ਜਿਹੜਾ ਜਹਾਂਗੀਰ, ਹੁਣ ਇੰਨੀ ਇੱਕ ਗੱਲ ਤੇ ਤੁਸੀਂ ਪ੍ਰਵਾਨ ਕਰ ਲਓ ਵੀ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਪਲ ਬਦਲਦੇ ਨੇ, ਕਦੀ ਭਰੋਸਾ ਨਾ ਕਰਿਓ। ਜਿਹੜਾ ਜਹਾਂਗੀਰ ਮਹੀਨਾ ਪਹਿਲਾਂ ਕਹਿੰਦਾ ਸੀ ਮੇਰੇ ਪੁੱਤਰ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਕਿਉਂ ਛਕਾਇਆ, ਤੇ ਅੱਜ ਉਹੀ ਜਹਾਂਗੀਰ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਕਹਿੰਦਾ ਕਿ ਸਤਿਗੁਰੂ ਜੀ ਤੁਸੀਂ ਮੈਨੂੰ ਆਗਿਆ ਕਰੋ, ਮੈਂ ਤੁਹਾਨੂੰ ਗੁਰੂ ਘਰ ਦੇ ਵਾਸਤੇ, ਇਹ ਗੱਲ ਅਕਬਰ ਨੇ ਵੀ ਕਹੀ ਸੀ, ਇਹਦੇ ਪਿਓ ਨੇ ਵੀ, ਪਰ ਮੈਕਾਲਫ ਲਿਖਦੇ ਜਹਾਂਗੀਰ ਵੀ ਕਹਿੰਦਾ ਸੀ, ਕਹਿੰਦਾ ਵੀ ਤੁਹਾਨੂੰ ਵਧੀਆ ਇਮਾਰਤਾਂ ਬਣਾ ਕੇ ਦੇ ਦਿਆਂ। ਮੀਰੀ ਪੀਰ ਦੇ ਮਾਲਕ ਨਹੀਂ, ਸਾਡਾ ਕੰਮ ਤੇ ਇਹ ਹੁੰਦਾ ਵੀ ਜਿਹਨੇ 50 ਦੇ ਦਿੱਤੇ ਉਹਦਾ ਹੋ ਸਕਦਾ ਮੈਂ ਨਾ ਬੋਲਾਂ, ਤੇ ਜਿਹਨੇ 500 ਦੇ ਦਿੱਤਾ ਤੇ ਹੋ ਸਕਦਾ ਮੈਂ 5 ਜਕਾਰੇ ਛੱਡ ਦਿਆਂ। ਕਿਮਾ ਕਰਿਓ, ਸਚਾਈ ਕਬੂਲ ਕਰਨੀ। ਪਰ ਮੀਰੀ ਪੀਰ ਦੇ ਮਾਲਕ ਮੇਰੇ ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਇਮਾਰਤਾਂ ਗੁਰੂ ਘਰ ਹੈ ਨਾ ਜਿਹੜਾ, ਜੇ ਇਹ ਤੇਰੇ ਪੈਸੇ ਨਾਲ ਬਣ ਗਿਆ, ਇਹ ਤੁਹਾਡਾ ਵੱਜੇਗਾ, ਤੇਰੇ ਪਿਓ ਦਾ ਵੱਜੇਗਾ, ਬਾਦਸ਼ਾਹਾਂ ਦਾ ਵੱਜੇਗਾ। ਤੇਰੇ ਅੱਗੋਂ ਪੁੱਤ ਪੋਤਰੇ ਆ ਕੇ ਤੇ ਤੀਜੇ ਕੁ ਦਿਨ ਆ ਕੇ ਤਿੰਗੜਨਗੇ ਵੀ ਸਾਡੇ ਪਿਓ ਦਾਦਿਆਂ ਦਾ ਬਣਾਇਆ, ਅਸੀਂ ਮੱਥਾ ਟੇਕਣਾ ਹੈ, ਵੀ ਦੂਜੇ ਨਹੀਂ ਟੇਕ ਸਕਦੇ। ਮੀਰੀ ਪੀਰ ਦੇ ਮਾਲਕ ਸਤਿਗੁਰੂ ਕਹਿੰਦੇ ਨਹੀਂ ਬਾਦਸ਼ਾਹ, ਸਾਨੂੰ ਕੁਝ ਨਹੀਂ ਚਾਹੀਦਾ, ਇਹ ਤਾਂ ਸੰਗਤ ਦੇ ਇੱਕ ਪੈਸੇ ਟਕੇ ਨਾਲ, ਆ ਗਦਰੀ ਬਾਬਿਆਂ ਦੇ ਅਸਥਾਨ ਤੇ ਤੁਸੀਂ ਬੈਠੇ ਹੋ, ਇੱਕ ਸੈਂਟ ਦੇ ਨਾਲ, ਇੱਕ ਡਾਲਰ ਦੇ ਨਾਲ ਮਿਹਨਤ ਕਰਕੇ ਇਸ ਅਸਥਾਨ ਨੂੰ ਉਹਨਾਂ ਸਮਿਆਂ ਦੇ ਵਿੱਚ ਤਿਆਰ ਕੀਤਾ ਗਿਆ। ਤੇ ਮੀਰੀ ਪੀਰ ਦੇ ਮਾਲਕ ਮੇਰੇ ਸਤਿਗੁਰੂ ਕਹਿੰਦੇ ਨਹੀਂ, ਤੁਹਾਡੇ ਪੈਸੇ ਨਾਲ ਨਹੀਂ, ਹਾਂ ਜੇ ਤੁਸੀਂ ਦਸਵੰਧ ਰੂਪ ਵਿੱਚ ਕੁਝ ਦੇਣਾ ਚਾਹੁੰਦੇ ਹੋ ਤੇ ਜੀ ਸਦਕੇ ਤੁਸੀਂ ਦੇ ਸਕਦੇ ਹੋ। ਇਹ ਤਾਂ ਇੱਕ ਸੰਗਤ ਦੇ ਮਾਇਆ ਟਕੇ ਦੇ ਨਾਲ ਇਹ ਤਿਆਰ ਹੋਵੇਗਾ। ਤੇ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਬਣਿਆ ਵੀ। ਕਹਿੰਦੇ ਬੂਢਾ ਔਰ ਗੁਰਦਾਸ ਬਣਾਇਓ, ਕਿਸੀ ਰਾਜ ਸੇ ਹਾਥ ਨਾ ਲਗਾਇਓ। ਕਵੀ ਸੰਤੋਖ ਸਿੰਘ ਕਹਿੰਦੇ ਬਾਬਾ ਬੁੱਢਾ ਸਾਹਿਬ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਸੇਵਾ ਕਰ ਰਹੇ ਨੇ, ਕਿਸੇ ਬਾਦਸ਼ਾਹ ਕਿਸੇ ਰਾਜੇ ਤੋਂ ਨੀਂਹ ਪੱਥਰ ਨਹੀਂ ਰਖਾਇਆ। ਉਹ ਜੇ ਕਿਸੇ ਧਾਰਮਿਕ ਸਥਾਨ ਦਾ ਨੀਂਹ ਪੱਥਰ, ਅੱਜ ਤੇ ਤੁਹਾਨੂੰ ਪਤਾ ਹੋਣਾ ਉਸ ਪਾਸੇ ਹੁਣ ਬਹੁਤਾ ਜਾਂਦਾ ਨਹੀਂ, ਹੁਣ ਤੇ ਕਿਸੇ ਧਾਰਮਿਕ ਸਥਾਨ ਦਾ, ਗੁਰਦੁਆਰੇ ਦਾ ਨੀਂਹ ਪੱਥਰ ਕਿਸੇ ਗੁਰਮੁਖ ਪਿਆਰੇ, ਕਿਸੇ ਸੰਤ ਮਹਾਂਪੁਰਖ ਨੂੰ ਤੇ ਭਾਵੇਂ ਆਪਾਂ ਨਾ ਸਦੀਏ, ਆਪਾਂ ਕਵਾਂਗੇ ਲੀਡਰ ਨੂੰ ਬੁਲਾਓ ਨਾਲੇ 51,000 ਦੇ ਕੇ ਜਾਊਗਾ।
ਅਸਥਾਨ ਦਾ ਨੀਂਹ ਪੱਥਰ ਰੱਖਿਆ ਜਾਣਾ ਧਰਮ ਦਾ, ਪਰ ਸ਼ੁਰੂਆਤ ਹੁੰਦੀ ਹੈ ਰਾਜਨੀਤੀ ਤੋਂ। ਖੈਰ ਮੇਰੇ ਸਤਿਗੁਰਾਂ ਨੇ ਕਬੂਲ ਨਹੀਂ ਕੀਤਾ ਜਹਾਂਗੀਰ ਨੂੰ, ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ। ਤੇ ਫਿਰ 1609 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਹੋ ਜਾਂਦੀ ਹੈ, ਕਿਉਂਕਿ 1606 ਵਿੱਚ ਅੱਜ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਤੇ ਜਦੋਂ ਸਤਿਗੁਰੂ ਜੀ ਇਧਰ ਅੰਮ੍ਰਿਤਸਰ ਆਏ ਨਾ ਪ੍ਰਚਾਰ ਤੇ ਪ੍ਰਸਾਰ ਕਰਕੇ, ਇਤਿਹਾਸ ਇਹ ਕਹਿੰਦਾ ਜਹਾਂਗੀਰ ਬਾਦਸ਼ਾਹ ਵੀ ਆਇਆ। ਆਗਰੇ ਦੇ ਲਾਗੇ ਦਾ ਜ਼ਿਕਰ ਕੀਤਾ ਵਿਦਵਾਨਾਂ ਨੇ, ਕਹਿੰਦੇ ਇੱਕ ਬੰਨੇ ਤੰਬੂ ਲੱਗਿਆ ਜਹਾਂਗੀਰ ਬਾਦਸ਼ਾਹ ਦਾ, ਤੇ ਇੱਕ ਬੰਨੇ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਰਾਜੇ ਨੇ। ਇੱਕ ਘਾਹੀ ਸਿੱਖ ਘਾਹ ਖੋਤਰਿਆ ਉਹਨੇ, ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਕਿਸੇ ਨੇ ਦੱਸਿਆ ਉਹ ਸਿੱਖਾਂ ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਨੇ। ਇੱਕਦਮ ਉਹਦੇ ਕੋਲ ਹੋਰ ਤਾਂ ਕੁਝ ਨਹੀਂ ਸੀ, ਬੋਝੇ ਵਿੱਚ ਉਹਦੇ ਵਿਚਾਰੇ ਦੇ ਇੱਕ ਟਕਾ ਸੀ। ਉਹਨੇ ਦੋ ਘਾਹ ਦੀਆਂ ਪੰਡਾਂ ਵੱਢੀਆਂ, ਇੱਕ ਘਾਹ ਦੀ ਪੰਡ ਗੁਰੂ ਸਾਹਿਬ ਜੀ ਦੇ ਘੋੜਿਆਂ ਵਾਸਤੇ, ਇੱਕ ਘਾਹ ਦੀ ਪੰਡ ਮੈਕਾਲਫ ਲਿਖਦੇ ਕਹਿੰਦੇ ਵੇਚ ਕੇ ਉਹਨੇ ਉਹਦਾ ਇੱਕ ਟਕਾ ਲਿਆ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਦੇ ਵੱਲ ਤੁਰ ਪਿਆ। ਕਹਿੰਦੇ ਜਦੋਂ ਪਹੁੰਚਿਆ ਨਾ, ਪਹਿਲਾ ਤੰਬੂ 2 ਤੰਬੂ ਲੱਗੇ ਨੇ, ਤੇ ਉਹ ਪਹਿਲੇ ਹੀ ਕਹਿੰਦੇ ਜਹਾਂਗੀਰ ਬਾਦਸ਼ਾਹ ਦੇ ਤੰਬੂ ਵੱਲ ਚਲਿਆ ਗਿਆ। ਇੱਕ ਟਕਾ ਉਹਨੇ ਰੱਖਿਆ, ਅੱਖਾਂ ਕੀਤੀਆਂ ਬੰਦ, ਘਾਹ ਦੀ ਪੰਡ ਰੱਖ ਦਿੱਤੀ, ਨੇਤਰ ਬੰਦ ਕਰਕੇ ਵਿਰਾਗ ਦੇ ਵਿੱਚ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਬੜੇ ਸਮੇਂ ਬਾਅਦ ਤੁਹਾਡੇ ਦਰਸ਼ਨ ਕੀਤੇ ਨੇ, ਮੇਰਾ ਜਨਮ ਮਰਨ ਕੱਟ ਦਿਓ। ਜਹਾਂਗੀਰ ਬਾਦਸ਼ਾਹ ਵੀ ਜਾਣ ਗਿਆ ਕਿ ਵੀ ਇਹ ਸਿੱਖ ਹੈ ਗੁਰੂ ਸਾਹਿਬ ਦਾ ਸਿੱਖ, ਪਰ ਇਹਨੂੰ ਭੁਲੇਖਾ ਲੱਗ ਗਿਆ। ਤਾਂ ਉਸੇ ਸਮੇਂ ਬਾਦਸ਼ਾਹ ਕਹਿਣ ਲੱਗਾ ਵੀ ਜੇ ਤੈਨੂੰ, ਉਹਨੇ ਦੇਖਿਆ ਵੀ ਗਰੀਬ ਹੈ, ਘਾਹ ਦੀ ਪੰਡ ਲੈ ਕੇ ਆਇਆ, ਇੱਕ ਇਹਦੇ ਕੋਲ ਟਕਾ ਹੈ, ਇਹ ਤਾਂ ਗਰੀਬੜਾ ਸਿੱਖ ਹੈ। ਉਹ ਕਹਿੰਦਾ ਵੀ ਜੇ ਤੈਨੂੰ ਕੋਈ ਪਦਾਰਥ ਸੋਨਾ ਚਾਂਦੀ ਕੁਝ ਚਾਹੀਦਾ ਤੇ ਨਹੀਂ, ਤੇਰੀ ਨਿਮਰਤਾ ਬਾਹਰਲੀ ਗਰੀਬੀ ਤੇ ਮੈਨੂੰ ਤਰਸ ਦਇਆ ਆਉਂਦੀ ਹੈ, ਜੇ ਤੈਨੂੰ ਕੁਝ ਚਾਹੀਦਾ ਤੇ ਮੈਂ ਤੈਨੂੰ ਉਹ ਦੇ ਦੇਣਾ, ਪਰ ਜਿਹੜੀ ਗੱਲ ਤੂੰ ਜਨਮ ਮਰਨ ਦੀ ਕਰਦਾ ਨਾ, ਇਹਨਾਂ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਤਾਂ ਅਜੇ ਮੈਂ ਨਹੀਂ ਨਿਕਲਿਆ, ਤੇ ਮੈਂ ਤੈਨੂੰ ਕਿੱਥੋਂ ਕੱਢ ਸਕਦਾ ਹਾਂ। ਇਸ ਵਾਸਤੇ ਕਹਿੰਦੇ ਸੱਚੇ ਪਾਤਸ਼ਾਹ ਦਾ ਜਿਹੜਾ ਤੰਬੂ ਹੈ ਉਹ ਸਾਹਮਣੇ ਲੱਗਿਆ। ਮੈਂ ਕਹਿੰਦਾ ਉਹ ਸਿੱਖ ਅੰਦਰੋਂ ਕਿੰਨਾ ਮਜ਼ਬੂਤ ਸੀ, ਉਹ ਸਿੱਖ ਦੇ ਅੰਦਰ ਭਾਵਨਾ ਕਿੰਨੀ ਸੀ, ਤੇ ਉਹ ਸਿੱਖ ਦੇ ਅੰਦਰ ਕਹਿੰਦੇ ਸੂਰਬੀਰਤਾ ਤੇ ਉਹਦੇ ਅੰਦਰ ਨਿਡਰਤਾ ਕਿੰਨੀ ਸੀ। ਜਦੋਂ ਉਹਨੇ ਆਖਿਆ ਨਾ ਵੀ ਮੈਂ ਬਾਦਸ਼ਾਹ ਦੁਨਿਆਵੀ ਤੇ ਸੱਚੇ ਪਾਤਸ਼ਾਹ, ਉਹ ਨੇ ਦੋ ਗੱਲਾਂ ਨੇ, ਇੱਕ ਹੁੰਦਾ ਬਾਦਸ਼ਾਹ ਤੇ ਇੱਕ ਹੁੰਦਾ ਪਾਤਸ਼ਾਹ। ਬਾਦ ਦੇ ਅਰਥ ਹੁੰਦੇ ਨੇ ਬਾਦ ਪਲੱਸ ਸ਼ਾਹ, ਬਾਦ ਦੇ ਅਰਥ ਹੁੰਦੇ ਝਗੜਾ, ਭਾਵ ਦੁਨਿਆਵੀ ਰਾਜ ਤਖਤ ਤੇ ਬੈਠਣ ਵਾਲਾ, ਝਗੜੇ ਪਾਉਣ ਜਾਂ ਝਗੜੇ ਨਿਬੇੜਨ ਵਾਲੇ ਨੂੰ ਵਿਦਵਾਨਾਂ ਨੇ ਆਖਿਆ ਬਾਦਸ਼ਾਹ। ਪਰ ਇੱਕ ਹੈ ਸੱਚੇ ਪਾਤਸ਼ਾਹ, ਸੱਚ ਦੇ ਮਾਰਗ ਤੇ ਚੱਲਣ ਵਾਲਾ, ਚਲਾਉਣ ਵਾਲਾ। ਜਦੋਂ ਜਹਾਂਗੀਰ ਨੇ ਆਖਿਆ ਉਹ ਸਾਹਮਣੇ ਤੰਬੂ ਲੱਗਿਆ, ਤਾਂ ਕਹਿੰਦੇ ਉਹ ਸਿੱਖ ਦੀ ਭਾਵਨਾ ਵੇਖੋ ਕਿੰਨੀ ਹੈ ਆਪਣੇ ਗੁਰੂ ਤੇ। ਸਿੱਖ ਨੇ ਕਹਿੰਦੇ ਟਕਾ ਅੱਗੋਂ ਚੁੱਕਿਆ, ਬੋਝੇ 'ਚ ਪਾ ਲਿਆ, ਤੇ ਪੰਡ ਚੁੱਕੀ ਕਹਿੰਦੇ ਸਿਰ ਤੇ ਰੱਖੀ। ਜਦੋਂ ਤੁਰਨ ਲੱਗਿਆ, ਬਾਦਸ਼ਾਹ ਕਹਿੰਦਾ ਉਹ ਸਿੱਖਾ ਤੈਨੂੰ ਪਤਾ ਨਹੀਂ, ਮੈਂ ਮੌਕੇ ਦਾ ਬਾਦਸ਼ਾਹ, ਤੇ ਇੱਕ ਬਾਦਸ਼ਾਹ ਦੇ ਅੱਗੇ ਚੀਜ਼ ਰੱਖ ਕੇ ਦੁਬਾਰਾ ਚੁੱਕ ਲੈਣੀ ਇੱਕ ਬਾਦਸ਼ਾਹ ਦੀ ਬਹੁਤ ਵੱਡੀ ਤੋਹੀਨ ਹੁੰਦੀ ਹੈ। ਤਾਂ ਅੱਗੋਂ ਕਹਿੰਦੇ ਬਾਦਸ਼ਾਹ ਨੂੰ ਉਹ ਸਿੱਖ ਕਹਿੰਦਾ ਵੇਖ, ਜਿਵੇਂ ਤੇਰੇ ਰਾਜ ਭਾਗ ਦੇ ਵਿੱਚ ਤੇਰਾ ਹੀ ਸਿੱਕਾ ਚੱਲਦਾ, ਉੱਥੇ ਖੋਟੇ ਸਿੱਕੇ ਪ੍ਰਵਾਨ ਨਹੀਂ ਨਾ ਹੁੰਦੇ। ਤਾਂ ਅੱਗੋਂ ਉਹ ਸਿੱਖ ਕਹਿਣ ਲੱਗਿਆ ਆ ਜਿਹੜਾ ਸਿੱਕਾ ਨਾ, ਜਿਹੜੀ ਭਾਵਨਾ ਵਾਲੀ ਮੈਂ ਮਿਹਨਤ ਕਰਕੇ ਕਿਰਤ ਕਰਕੇ ਮਾਇਆ ਲਿਆਂਦੀ ਹੈ, ਇਹ ਤੇਰੇ ਰਾਜ ਭਾਗ ਵਿੱਚ ਨਹੀਂ, ਇਹ ਪ੍ਰਵਾਨ ਵੀ ਮੇਰੇ ਗੁਰੂ ਨੂੰ ਹੋਵੇਗੀ। ਕਹਿੰਦੇ ਇਹ ਟਕਾ ਮੇਰੀ ਮਿਹਨਤ ਦਾ ਹੈ, ਤੇਰੇ ਅੱਗੇ ਨਹੀਂ ਮੈਂ ਰੱਖਣਾ, ਮੈਨੂੰ ਹੁਣ ਪਤਾ ਚੱਲ ਗਿਆ। ਇਤਿਹਾਸ ਕਹਿੰਦਾ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਉਹ ਸਿੱਖ ਨੇ ਘਾਹ ਦੀ ਪੰਡ ਰੱਖ ਦਿੱਤੀ, ਕਿਉਂਕਿ ਘੋੜਿਆਂ ਲਈ ਹੈ, ਤੇ ਇੱਕ ਟਕਾ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਿਆ। ਉਹਨੇ ਦੋਵੇਂ ਤਰ੍ਹਾਂ ਦੀ ਸੇਵਾ ਕੀਤੀ, ਵੀ ਇੱਕ ਟਕੇ ਦੇ ਨਾਲ ਗੁਰੂ ਕੇ ਲੰਗਰ ਚੱਲਣਗੇ, ਉਸ ਸਮੇਂ ਇੱਕ ਟਕਾ ਹੀ ਬਹੁਤ ਸੀ, ਤੇ ਆ ਜਿਹੜਾ ਘਾਹ ਹੈ ਗੁਰੂ ਕੇ ਜਿਹੜੇ ਘੋੜੇ ਨੇ ਸਿੱਖਾਂ ਦੇ, ਇਹ ਉਹ ਛਕਣਗੇ, ਉਹਨਾਂ ਦੀ ਵੀ ਤ੍ਰਿਪਤੀ ਹੋਵੇਗੀ। ਤੇ ਮੇਰੇ ਮੀਰੀ ਪੀਰ ਦੇ ਮਾਲਕ ਸਤਿਗੁਰਾਂ ਨੇ ਬੜਾ ਪਿਆਰ ਕੀਤਾ, ਘੁੱਟ ਕੇ ਸੀਨੇ ਨਾਲ ਲਾਇਆ। ਸਤਿਗੁਰੂ ਜੀ ਕਹਿੰਦੇ ਐਦਾਂ ਦੇ ਸਿੱਖ ਮੈਨੂੰ ਚਾਹੀਦੇ ਨੇ, ਜਿਨ੍ਹਾਂ ਦੇ ਵਿੱਚੋਂ ਸ਼ਰਧਾ ਵੀ ਡੁੱਲ ਡੁੱਲ ਪਵੇ, ਤੇ ਜਿਨ੍ਹਾਂ ਦੇ ਵਿੱਚੋਂ ਸੂਰਬੀਰਤਾ ਨਿਡਰਤਾ ਵੀ ਕਹਿੰਦੇ ਵਿਖਾਈ ਦਵੇ। ਜੇ ਬਾਦਸ਼ਾਹ ਵੀ ਸਾਹਮਣੇ ਹੋਵੇ ਤੇ ਉਹਦੀ ਪਰਵਾਹ ਨਾ ਕਰਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਆਪਾਂ
ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। ਆਓ ਆਪਾਂ ਸ਼ਬਦ ਦੇ ਵਾਲੇ ਪਾਸੇ ਆਈਏ। ਕੁਝ ਕੁ ਮੈਂ ਬੇਨਤੀ ਕਰਾਂਗਾ। ਜੋ ਪਿਛਲੇ ਦਿਨੀ ਵੀ ਇੱਕ ਸੱਜਣ ਨੇ ਅੱਜ ਹੀ ਆਖਿਆ ਸੀ ਵੀ ਜੋ ਤੁਸੀਂ ਪਿਛਲੇ ਦਿਨੀ ਲਾਇਬ੍ਰੇਰੀ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਸਨ ਵੀ ਜਿਹੜਾ ਉੱਥੇ ਤੁਸੀਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ 1984 ਦੇ ਬਾਬਤ, ਜੇ ਸਮਾਂ ਬਣਿਆ ਤੇ ਉਹ ਤੁਸੀਂ ਜ਼ਰੂਰ ਕਹਿਓ। ਤੋ ਸਤਿਗੁਰੂ ਜੀ ਕਿਰਪਾ ਕਰਨ। ਆਓ ਆਪਾਂ ਹੁਣ ਜਿਹੜਾ ਅੱਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਕਿਉਂਕਿ ਅੰਗਰੇਜ਼ੀ ਸਾਲ ਦਾ 6ਵਾਂ ਮਹੀਨਾ ਚੱਲ ਰਿਹਾ ਹੈ। ਅੰਗਰੇਜ਼ੀ ਸਾਲ ਦਾ 6ਵਾਂ ਮਹੀਨਾ ਮੇਰੇ ਖਿਆਲ 'ਚ ਜੂਨ ਦਾ ਸ਼ੁਰੂ ਹੋ ਚੁੱਕਿਆ ਹੈ, ਪਰ ਜਿਹੜਾ ਸਾਡਾ ਬਿਕਰਮੀ ਸੰਮਤ ਹੈ ਨਾ, ਬਿਕਰਮੀ ਸੰਮਤ ਦਾ ਸਾਡਾ ਇਹ ਅੱਜ ਚੌਥਾ ਮਹੀਨਾ ਸ਼ੁਰੂ ਹੋ ਗਿਆ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮਹੀਨੇ ਦੇ ਬਾਬਤ ਬਾਹਰੋਂ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਗੱਲ ਅੰਦਰ ਦੀ ਕਰਦੇ ਨੇ। ਸਤਿਗੁਰੂ ਜੀ ਕਿਰਪਾ ਕਰੇ ਨੇ। ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹੂ ਨ ਜਿੰਨਾ ਪਾਸ। ਸਤਿਗੁਰੂ ਜੀ ਰਹਿਮਤ ਕਰ ਰਹੇ ਨੇ। ਆਸਾੜ ਤਪੰਦਾ, ਆਸਾੜ ਤਪੰਦਾ, ਕਿਉਂਕਿ ਖਾਸ ਕਰਕੇ ਇਹ 2 ਮਹੀਨੇ ਬਹੁਤ ਜ਼ਿਆਦਾ ਤਪਸ਼ ਵਾਲੇ ਹੁੰਦੇ ਨੇ। ਇੱਕ ਜੇਠ ਦਾ ਮਹੀਨਾ ਤੇ ਇੱਕ ਹਾੜ ਦਾ ਮਹੀਨਾ। ਇਹ ਤੇ ਇੱਕ ਹਾੜ ਦਾ ਹੋ ਗਿਆ, ਜੇਠ ਦਾ ਹੋ ਗਿਆ। ਭਾਦੋਂ ਦੇ ਮਹੀਨੇ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਅੱਤ ਦੀ ਗਰਮੀ ਹੁੰਦੀ ਹੈ, ਵੀ ਕਦੇ ਤਾਂ ਬਹੁਤੀ ਗਰਮੀ ਹੋ ਜਾਂਦੀ ਹੈ ਤੇ ਕਦੀ ਇੱਕਦਮ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਤੋ ਇੱਥੇ ਸਤਿਗੁਰੂ ਜੀ ਹਾੜ ਦੇ ਮਹੀਨੇ ਦਾ ਬਾਹਰਲੀ ਧੁੱਪ ਦਾ ਜ਼ਿਕਰ ਕਰਕੇ ਗੱਲ ਅੰਦਰ ਦੀ ਕਰਦੇ ਨੇ। ਅਸਾੜ ਤਪੰਦਾ ਤਿਸ ਲੱਗੇ। ਹੁਣ ਖਿਆਲ ਇਹ ਸਵਾਲੀਆ ਚਿੰਨ੍ਹ ਹੈ ਵੀ ਕੀ ਬੰਦਾ ਧੁੱਪ 'ਚ ਖੜ ਜੇ, ਕੀ ਬੰਦੇ ਨੂੰ ਧੁੱਪ ਨਹੀਂ ਲੱਗਦੀ? ਅਵਸ਼ ਲੱਗਦੀ ਹੈ। ਬੰਦਾ ਘਰ ਦੇ ਵਿੱਚੋਂ 에ਅਰ ਕੰਡੀਸ਼ਨ ਦੇ ਵਿੱਚੋਂ ਉੱਠਦਾ ਹੈ, ਗੱਡੀ ਵਿੱਚ ਬਹਿੰਦਾ ਹੈ, ਉੱਥੇ ਵੀ ਏਸੀ ਲੱਗਿਆ ਹੈ, ਇੱਥੇ ਵੀ ਚੱਲ ਰਹੇ ਨੇ। ਪਰ ਜੇ ਦੇਖਿਆ ਜਾਏ ਕਿ ਜੇ ਬੰਦੇ ਨੂੰ ਬਾਹਰਲੀ ਠੰਡ, ਉਹ ਕੇਵਲ ਤੇ ਕੇਵਲ ਬਾਹਰਲੀ ਤੁਹਾਡੀ ਗਰਮੀ ਤਪਸ਼ ਨੂੰ ਦੂਰ ਕਰ ਸਕਦੀ ਹੈ, ਨਹੀਂ ਤੇ ਕਈ ਦਫਾ ਬੰਦਾ ਬੜੀ ਵੱਡੀ ਗੱਡੀ ਦੇ ਵਿੱਚ ਬੈਠ ਕੇ ਆਉਂਦਾ ਹੈ, ਪਰ ਕਈ ਦਫਾ ਆਉਂਦਾ ਵੱਡੀ ਗੱਡੀ 'ਚ ਬਹਿ ਕੇ ਆ ਗੁਰਦੁਆਰੇ ਤੇ ਝਗੜਾ ਵੀ ਉਹ ਆ ਕੇ ਗੁਰਦੁਆਰੇ ਕਰਦਾ ਹੈ। ਹੁਣ ਸਤਿਗੁਰੂ ਜੀ ਕੀ ਕਹਿੰਦੇ ਨੇ? ਪਾਤਸ਼ਾਹ ਕਹਿੰਦੇ ਜੇ ਬਾਹਰਲੀ ਧੁੱਪ ਨੂੰ, ਬਾਹਰਲੀ ਬਣਾਈ ਹੋਈ ਠੰਡ ਦੇ ਨਾਲ ਬਾਹਰਲੀ ਧੁੱਪ ਕਹਿੰਦੇ ਦੂਰ ਨਹੀਂ ਨਾ ਕੀਤੀ ਜਾ ਸਕਦੀ, ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਬਾਹਰਲੀ ਧੁੱਪ ਹੈ ਨਾ, ਉਹ ਜਿਹੜਾ ਅੰਦਰ ਜਿਹੜੀ ਤਪਸ਼ ਹੈ ਕਾਹਦੀ? ਵਿਕਾਰਾਂ ਦੀ, ਹੰਕਾਰ ਦੀ, ਕਾਮ ਦੀ, ਕ੍ਰੋਧ ਦੀ, ਹੰਕਾਰ ਦੀ ਜਿਹੜੀ ਅੰਦਰ ਤਪਸ਼ ਹੈ ਨਾ, ਇਹ ਬਾਹਰਲੇ 에ਅਰ ਕੰਡੀਸ਼ਨ ਦੇ ਨਾਲ ਦੂਰ ਨਹੀਂ ਹੋਣੀ। ਇਹ ਬਾਹਰਲੇ ਏਸੀ ਕਮਰੇ ਤੇ ਪੱਖਿਆਂ ਦੇ ਨਾਲ ਕਹਿੰਦੇ ਦੂਰ ਨਹੀਂ ਹੋਣੀ। ਕਹਿੰਦੇ ਜਿਹੜੀ ਅੰਦਰਲੀ ਤਪਸ਼ ਹੈ ਵਿਕਾਰਾਂ ਦੀ, ਉਹ ਕਿਵੇਂ ਦੂਰ ਹੋਏਗੀ? ਮਹੀਨਾ ਚੜ੍ਹਿਆ ਹੈ, ਕੋਈ ਮਹੀਨਾ 31 ਦਿਨਾਂ ਦਾ ਤੇ ਕੋਈ ਮਹੀਨਾ 30 ਦਿਨਾਂ ਦਾ ਹੈ। ਮਹੀਨਾ ਬਦਲ ਜਾਂਦਾ ਹੈ। ਇਹ ਹਾੜ ਦਾ ਮਹੀਨਾ ਚੜ੍ਹਿਆ ਤੇ ਅੱਗੋਂ ਸੌਣ ਦਾ ਸ਼ੁਰੂ ਹੋ ਜਾਣਾ ਹੈ। ਜੇਠ ਦਾ ਖਤਮ ਹੋਇਆ ਤੇ ਹਾੜ ਦਾ ਸ਼ੁਰੂ ਹੋਇਆ। ਪਰ ਸਤਿਗੁਰੂ ਜੀ ਕਹਿੰਦੇ ਕਈ ਬੰਦੇ ਸਾਰੀ ਜ਼ਿੰਦਗੀ ਕਹਿੰਦੇ ਭਾਦੋਂ ਦਾ ਮਹੀਨਾ ਹੀ ਬਣੇ ਰਹਿੰਦੇ ਨੇ। ਕਈ ਬੰਦੇ, ਹੋ ਸਕਦਾ ਕਈਆਂ ਵਿੱਚੋਂ ਮੈਂ ਵੀ ਹੋਵਾਂ, ਇਹ ਕੋਈ ਜ਼ਰੂਰੀ ਨਹੀਂ ਵੀ ਕੋਈ ਤੁਸੀਂ ਹੋਵੋ। ਕੋਈ ਸਾਰੀ ਜ਼ਿੰਦਗੀ ਜੇਠ ਦਾ ਮਹੀਨਾ, ਕੋਈ ਸਾਰੀ ਜ਼ਿੰਦਗੀ ਹਾੜ ਦਾ ਮਹੀਨਾ ਬਣਿਆ ਰਹਿੰਦਾ। ਪਰ ਸਤਿਗੁਰੂ ਜੀ ਕਹਿੰਦੇ ਇਹ ਹਾੜ ਦੀ ਗਰਮੀ ਉਹਨਾਂ ਨੂੰ ਨਹੀਂ ਲੱਗਦੀ, ਵਾਕਈ ਨਹੀਂ ਲੱਗੀ। ਤਤੀ ਤਵੀ ਤੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਨੇ। ਆਪਾਂ ਵੇਖੋ ਗੱਡੀ ਵਿੱਚ ਵੀ ਬੈਠੇ ਹੁੰਦੇ ਆ, ਏਸੀ ਵੀ ਚੱਲਦਾ ਹੁੰਦਾ, ਫਿਰ ਵੀ ਆਪਾਂ ਕਹਿੰਦੇ ਵੀ ਬੜੀ ਗਰਮੀ ਲੱਗ ਰਹੀ ਹੈ। ਸ਼ੀਸ਼ੇ ਵੀ ਆਪਾਂ ਗੱਡੀ ਦੇ ਕਾਲੇ ਤਾਂ ਹੀ ਕਰਾਉਣੇ ਵੀ ਤਪਸ਼ ਅੰਦਰ ਨਾ ਲੱਗੇ, ਪਰ ਫਿਰ ਵੀ ਉਹ ਜਦੋਂ ਪੈਂਦੀ ਹੈ ਤਪਦੇ ਆ। ਪਰ ਮੇਰੇ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਕਿੰਨੇ ਮਹਾਨ ਜੇ, ਜੋ ਤੁਸੀਂ ਬਾਣੀ ਵਿੱਚ ਲਿਖਿਆ ਉਹਨੂੰ ਆਪਣੇ ਜੀਵਨ ਦੇ ਵਿੱਚ ਜਿਉਂ ਕੇ ਸਾਨੂੰ ਸਿੱਖਾਂ ਨੂੰ ਤੁਸੀਂ ਉਹ ਥਾਲ ਪਰੋਸ ਕੇ ਸਾਡੇ ਸਾਹਮਣੇ ਰੱਖ ਕੇ ਵੀ ਹੁਣ ਤੁਸੀਂ ਲਾਹਾ ਜਿੰਨਾ ਮਰਜ਼ੀ ਲੈ ਸਕਦੇ ਹੋ। ਪਾਤਸ਼ਾਹ ਕਹਿੰਦੇ ਅਸਾੜ ਤਪੰਦਾ ਤਿਸ ਲੱਗੇ। ਕਹਿੰਦੇ ਹਾੜ ਦੀ ਗਰਮੀ, ਪਹਿਲਾਂ ਬਚਨ ਆਏ ਸੀ ਪਿਛਲਾ ਮਹੀਨਾ ਹਰ ਜੇਠ ਜੁੜਨ ਦਾ ਲੋੜੀ ਹੈ। ਮੇਰੇ ਖਿਆਲ 'ਚ ਵੀ ਜਦੋਂ ਆਪਾਂ ਇਹਨਾਂ ਮਹੀਨਿਆਂ ਦੀ ਵਿਆਖਿਆ ਕਥਾ, ਪਹਿਲਾਂ ਇਹਨਾਂ ਮਹੀਨਿਆਂ ਦੀ ਹਰ ਮਹੀਨੇ ਕਥਾ ਵਿਚਾਰ ਹੁੰਦੀ ਸੀ, ਸੰਗਤ ਗੁਰਦੁਆਰਾ ਸਾਹਿਬ ਆਉਂਦੀ ਸੀ, ਤਾਂ ਲੋਕਾਂ ਨੂੰ, ਬੱਚਿਆਂ ਨੂੰ ਇਹ ਮਹੀਨੇ ਵੀ ਯਾਦ ਹੁੰਦੇ ਸੀ। ਜਦੋਂ ਆਪਾਂ ਇਹਨਾਂ ਦੀ ਵਿਚਾਰ ਕਰਦਿਆਂ ਬੰਦ ਕਰ ਦਿੱਤੀ
ਤਾਂ ਇਹ ਮਹੀਨੇ ਅੱਜ ਦੇ ਬੱਚੇ ਨੂੰ ਤੁਸੀਂ ਪੁੱਛ ਕੇ ਵੇਖੋ ਵੀ ਜੇਠ ਦੇ ਮਹੀਨੇ ਬਾਰੇ ਉਹਨੂੰ ਕੁਝ ਨਹੀਂ ਪਤਾ। ਬੱਚੇ ਨੂੰ ਛੱਡੋ ਤੇ ਸਿਆਣਿਆਂ ਨੂੰ ਵੀ ਨਹੀਂ ਪਤਾ ਹੋਣਾ, ਪਰ ਸਾਡੇ ਗੁਰੂ ਸਾਹਿਬਾਨਾਂ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਸਾਡੇ ਸਾਹਮਣੇ ਇਹ ਥਾਲ ਪਰੋਸ ਕੇ ਰੱਖਿਆ। ਪਹਿਲੇ ਮਹੀਨੇ ਵਿੱਚ ਆਖਿਆ ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਭਾਵ ਇਹ ਹੈ ਕਿ ਮੌਕੇ ਦੀ ਹਕੂਮਤ ਵੱਲ ਵੀ ਇਸ਼ਾਰਾ ਕਰ ਦਿੱਤਾ। ਜੇ ਅਸੀਂ ਝੁਕਦੇ ਹਾਂ, ਸਭ ਤੋਂ ਵੱਡਾ ਜੇਠ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਅੱਗੇ ਅਸੀਂ ਝੁਕਦੇ ਹਾਂ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਭਾਵ ਉਸ ਮਾਲਕ ਵਾਹਿਗੁਰੂ ਦੇ ਪੱਲੇ ਨਾਲ ਲੱਗਿਆ, ਉਹਦੇ ਨਾਲ ਜੁੜਨ ਕਰਕੇ ਕਹਿੰਦੇ ਵਿਕਾਰਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਅਸਾੜ ਤਪੰਦਾ ਤਿਸ ਲੱਗੇ, ਹਰ ਨਾਹ ਨਾ ਜਿੰਨਾ ਪਾਸ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਰੱਬੀ ਗਿਆਨ ਨਹੀਂ, ਜਿਹੜੇ ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ ਟੁੱਟ ਜਾਂਦੇ ਨੇ, ਉਹਨਾਂ ਨੂੰ ਫਿਰ ਵਿਕਾਰਾਂ ਦੀ ਤਪਸ਼, ਹੰਕਾਰ ਦੀ ਜਿਹੜੀ ਲੋਹ ਹੈ, ਭਾਵ ਕ੍ਰੋਧ ਹੈ, ਇਹ ਉਹਨਾਂ ਲੋਕਾਂ ਨੂੰ ਤਪਾਉਂਦੀ ਹੈ ਜਿਹੜੇ ਆਪਣੇ ਰੱਬੀ ਮਾਲਕ ਦੀ ਬਾਣੀ ਤੋਂ ਦੂਰ ਹੋ ਜਾਂਦੇ ਨੇ, ਜਿਨ੍ਹਾਂ ਦੇ ਕੋਲ ਗੁਰੂ ਦੀ ਵਿਚਾਰ ਨਹੀਂ। ਅਸਾੜ ਤਪੰਦਾ, ਉਹ ਹਾੜ ਦੇ ਮਹੀਨੇ ਵਾਂਗੂ ਤਪਦੇ ਨੇ। ਕੌਣ? ਕਹਿੰਦੇ ਹਰ ਨਾਹ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਰੱਬ ਦੀ ਯਾਦ ਨਹੀਂ। ਅਗਲਾ ਬਚਨ ਹੈ ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜਗ ਜੀਵਨ, ਕਿਉਂਕਿ ਇਹ ਜਿੰਨਾ ਵੀ ਜੀਵਨ ਹੈ ਕਿੱਥੋਂ ਮਿਲਿਆ? ਜਗਤ ਨੂੰ, ਦੁਨੀਆ ਨੂੰ, ਸੰਸਾਰ ਨੂੰ ਜਿਹੜਾ ਜੀਵਨ ਮਿਲਿਆ ਨਾ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਮਿਲਿਆ। ਜਿਹਨੂੰ ਰੱਬ ਵਾਹਿਗੁਰੂ ਰੱਖੇ ਨਾ, ਉਹਨੂੰ ਕੋਈ ਮਾਰ ਨਹੀਂ ਸਕਦਾ। ਕਈ ਦਿਨ ਪਹਿਲਾਂ, ਕਿਉਂਕਿ ਜਿਹੜੀ ਹਕੀਕਤ ਹੈ, ਭਾਈ ਭੋਲਾ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਹਿੰਦੇ ਹਾਂ, ਕਸ਼ਮੀਰ ਸਿੰਘ ਜਿਨ੍ਹਾਂ ਦਾ ਨਾਮ ਹੈ, ਮੈਂ ਕਿਸੇ ਦੀ ਵਡਿਆਈ ਅੱਜ ਤੱਕ ਸਟੇਜ ਤੇ ਨਾ ਕੀਤੀ ਹੈ ਨਾ ਕਰਨੀ। ਇਹਨਾਂ ਦੀ ਮੈਂ ਵਡਿਆਈ ਨਹੀਂ ਕਰ ਰਿਹਾ, ਆਮ ਗੱਲ ਚੱਲ ਰਹੀ ਸੀ। ਇਹ ਕਹਿੰਦੇ ਵੀ ਮੈਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ। ਇੱਥੋਂ ਦਾ ਜਿਹੜਾ ਰੂਲ ਹੈ ਨਾ, ਸਿਸਟਮ, ਵੀ ਜਦੋਂ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ, ਸਵਾਸ ਹੈ ਜਿਹੜੇ, ਉਹ ਜਦੋਂ ਖਤਮ ਹੋ ਜਾਂਦੇ ਆ, ਡੈਥ ਹੋ ਜਾਂਦੀ ਹੈ, ਸਾਰੇ ਕਮਰਿਆਂ ਦੇ ਵਿੱਚ ਲਾਲ ਰੰਗ ਦੇ ਬਲਬ, ਰੈੱਡ ਕਲਰ ਦੇ ਚੱਲਣੇ ਸ਼ੁਰੂ ਹੋ ਜਾਂਦੇ ਵੀ ਕਿਸੇ ਦੀ ਮੌਤ ਹੋ ਗਈ। ਕਹਿੰਦੇ ਮੈਂ ਵੀ ਜਦੋਂ ਉਸ ਵਕਤ ਹਸਪੀਟਲ ਵਿੱਚ ਸਾਂ, ਆ ਤੁਹਾਡੇ ਸਾਹਮਣੇ ਪਿੱਛੇ ਬੈਠੇ ਨੇ, ਇੱਕ ਜਿਉਂਦੀ ਜਾਗਦੀ ਮਿਸਾਲ। ਇਹਦੇ ਵਿੱਚ ਗੁਰੂ ਦੀ ਵਡਿਆਈ ਹੈ, ਬੰਦੇ ਦੀ ਨਹੀਂ। ਉਹ ਕਹਿੰਦੇ ਸਾਰੇ ਕਮਰਿਆਂ ਦੇ ਵਿੱਚ ਬਲਬ ਜਗਣੇ ਸ਼ੁਰੂ ਹੋ ਗਏ ਸੀ, ਮੈਂ ਮਰ ਗਿਆ ਸਾਂ। ਪਰ ਕਹਿੰਦੇ ਆ ਗੁਰੂ ਦੇ ਬਚਨ ਢੁਕਦੇ ਨੇ। ਇਹ ਬਚਨ ਅੱਜ ਵੀ ਪ੍ਰਤੱਖ ਨੇ ਕਿ ਜੇ ਮਾਲਕ ਪ੍ਰਭੂ ਚਾਹਵੇ ਨਾ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਜੇ ਮਾਲਕ ਵਾਹਿਗੁਰੂ ਚਾਹਵੇ ਤਾਂ ਉਹ ਮਨੁੱਖ ਨੂੰ ਬਚਾ ਸਕਦਾ ਹੈ ਪਲਾਂ ਦੇ ਵਿੱਚ, ਜੇ ਉਹ ਵਾਹਿਗੁਰੂ ਚਾਹਵੇ। ਤੇ ਬੰਦਿਆ ਤੂੰ ਯਾਦ ਕਿਹਨੂੰ ਕਰਨਾ? ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜਿਹੜਾ ਵਾਹਿਗੁਰੂ ਪੂਰੀ ਦੁਨੀਆ ਨੂੰ ਜੀਵਨ ਦੇ ਰਿਹਾ ਹੈ। ਜਗ ਜੀਵਨ ਪੁਰਖ, ਇੱਥੇ ਪੁਰਖ ਦੇ ਅਰਥ ਨੇ ਵਿਆਪਕ। ਪੁਰਖ ਤਿਆਗ, ਤੂੰ ਉਸ ਮਾਲਕ ਵਾਹਿਗੁਰੂ ਨੂੰ ਤਿਆਗ ਦਿੱਤਾ ਹੈ। ਮਾਨਸ ਦੇ ਅਰਥ ਨੇ ਮਨੁੱਖ। ਸੰਧੀ ਭਾਵ ਬੰਦੇ ਦੀ ਤੂੰ ਆਸ ਲਾ ਲਈ ਹੈ। ਵੇਖੋ ਇੱਕ ਦੂਜੇ ਦੇ ਅਸੀਂ ਦੁਨਿਆਵੀ ਤੌਰ ਤੇ ਕਿਸੇ ਦੀ ਮਦਦ ਕਰਨਾ, ਇਹ ਸਾਡਾ ਇੱਕ ਦੁਨਿਆਵੀ ਇਨਸਾਨੀਅਤ ਤੌਰ ਤੇ ਸਾਡਾ ਫਰਜ਼ ਹੈ। ਪਰ ਜੇ ਅਧਿਆਤਮਕ ਤੌਰ ਤੇ ਬੰਦਾ ਜੇ ਕਵੇ, ਕੋਈ ਬੰਦਾ ਸ਼ਾਇਦ ਮੇਰਾ ਜਨਮ ਮਰਨ ਕੱਟ ਦੇਗਾ, ਜਾਂ ਕੋਈ ਬੰਦਾ ਮੈਨੂੰ ਸਵਰਗਾਂ ਵਿੱਚ ਭੇਜ ਦੂ, ਜਾਂ ਇਹ ਮਹਾਂਪੁਰਸ਼ ਮੈਨੂੰ ਪਤਾ ਨਹੀਂ ਸਿੱਧਾ ਹੀ ਸਵਰਗਾਂ ਵਿੱਚ ਭੇਜ ਦੇਣਗੇ, ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਬੰਦੇ ਦੀ ਆਸ ਨਾ ਰੱਖ, ਬੰਦਿਆਂ ਨੂੰ ਬਣਾਉਣ ਵਾਲੇ ਦੀ। ਜਿਸ ਵਾਹਿਗੁਰੂ ਨੇ ਬੰਦਿਆਂ ਨੂੰ ਜੀਵਨ ਦਿੱਤਾ ਤੂੰ ਉਹਦੀ ਆਸ ਬਣਾ, ਪਰ ਤੂੰ ਭੁਲੇਖੇ ਵਿੱਚ ਹੈ। ਤੂੰ ਤਾਂ ਜਗ ਜੀਵਨ ਪੁਰਖ ਤਿਆਗ ਕੈ, ਕਹਿੰਦੇ ਉਸ ਮਾਲਕ ਵਾਹਿਗੁਰੂ ਨੂੰ ਤਿਆਗ ਦਿੱਤਾ। ਤਿਆਗਣਾ ਕੀ ਹੈ? ਭਾਵ ਉਹਨੂੰ ਵਿਸਾਰ ਦੇਣਾ। ਇੱਕ ਮੈਨੂੰ ਵਾਰਤਾ ਚੇਤੇ ਆਈ, ਕਹਿੰਦੇ ਕੁਝ ਕੁ ਫਕੀਰ ਬੈਠੇ ਨੇ, ਉਹ ਫਕੀਰਾਂ ਦੇ ਵਿੱਚੋਂ ਕੁਝ ਕੁ ਨੇ ਉਹਦੇ ਚੇਲਿਆਂ ਨੇ ਇਕੱਠਿਆਂ ਹੋ ਕੇ, ਜਿਹੜਾ ਮੇਨ ਫਕੀਰ ਸੀ ਨਾ, ਉਹਨੂੰ ਆਖਿਆ ਸੰਤ ਜੀ ਰੋਜ਼ ਦਰ ਦਰ ਤੇ ਆਪਾਂ ਐਵੇਂ ਠੂਠੇ ਫੜ ਕੇ ਮੰਗਦੇ ਰਹਿੰਦੇ ਆ, ਕਦੇ ਕਿਸੇ ਦੇ ਘਰ ਕਦੇ ਕਿਸੇ ਦੇ ਘਰ ਰੋਟੀ ਰਾਮ, ਪਰੌਂਠਾ ਚਟਨੀ ਰਾਮ ਮੰਗਦੇ ਰਹਿੰਦੇ ਆ। ਰੋਜ਼ ਰੋਜ਼ ਦਾ ਜਿਹੜਾ ਮੰਗ ਪੁਣਾ ਇਹ ਖਤਮ ਨਹੀਂ ਹੋ ਸਕਦਾ। ਤਾਂ ਅੱਗੋਂ ਫਕੀਰ ਕਹਿੰਦਾ ਵੀ ਖਤਮ ਕਿੱਦਾਂ ਹੋਵੇਗਾ?
ਤੇ ਅੱਗੋਂ ਇੱਕ ਕਹਿਣ ਲੱਗਾ ਵੀ ਆਪਾਂ ਅਕਬਰ ਦੇ ਕੋਲ ਨਾ ਚਲੇ ਜਾਈਏ, ਉਹਦੇ ਕੋਲ ਜਾਣੇ ਆ, ਉਹਨੂੰ ਜਾ ਕੇ ਮਿੰਨਤ ਜੋਦੜੀ ਕਰਾਂਗੇ, ਉਹ ਆਪਾਂ ਨੂੰ ਇੰਨਾ ਕੁ ਕੁਝ ਦੇ ਦੇਗਾ ਕਿ ਆਪਾਂ ਨੂੰ ਤਾਂ ਕੁਝ ਵੀ ਮੰਗਣ ਦੀ ਲੋੜ ਨਹੀਂ ਰਹਿਣੀ। ਚੌਂਕੜਾ ਮਾਰ ਕੇ ਰਾਮ ਰਾਮ ਅੱਲਾ ਅੱਲਾ ਜਪਾਂਗੇ ਤੇ ਆਪਾਂ ਕਿਉਂ ਲੋਕਾਂ ਦੇ ਬੂਹਿਆਂ 'ਚ ਜਾ ਕੇ ਕਹਿੰਦੇ ਮੰਗੀਏ, ਨਾਲੇ ਸੰਤ ਕਹਾਈਏ, ਮਹਾਂਪੁਰਖ ਕਹਾਈਏ, ਨਾਲੇ ਲੋਕ ਸਾਨੂੰ ਮੰਗ ਖਾਣੇ ਕਹਿਣ। ਤੇ ਉਹ ਅੱਗੋਂ ਫਕੀਰ ਕਹਿੰਦਾ ਵੀ ਗੱਲ ਤੁਹਾਡੀ ਠੀਕ ਹੈ, ਚਲੋ ਆਪਾਂ ਅਕਬਰ ਬਾਦਸ਼ਾਹ ਦੇ ਕੋਲ ਚੱਲਦੇ ਹਾਂ। ਕਹਿੰਦੇ ਇਕੱਠੇ ਹੋ ਕੇ ਅਕਬਰ ਦੇ ਕੋਲ ਗਏ, ਕਿਉਂਕਿ ਇੱਥੇ ਬਚਨ ਆਇਆ ਜਗ ਜੀਵਨ ਪੁਰਖ ਤਿਆਗ ਕੇ, ਮਾਨਸ ਸੰਧੀ ਆਸ। ਜਦੋਂ ਕਹਿੰਦੇ ਉਹਦੇ ਕੋਲ ਗਏ ਨਾ ਬਾਦਸ਼ਾਹ ਦੇ ਦਰਬਾਰ ਵਿੱਚ, ਤਾਂ ਜਦੋਂ ਜਾ ਕੇ ਆਖਿਆ ਬਾਦਸ਼ਾਹ ਨੂੰ ਮਿਲਣਾ ਹੈ, ਫਕੀਰ ਨੂੰ ਅੱਗੋਂ ਦੇ ਅਹਿਲਕਾਰ ਕਹਿੰਦੇ ਜੀ ਬਾਦਸ਼ਾਹ ਸ਼ਾਹੀ ਮਸਜਿਦ ਵਿੱਚ ਗਿਆ ਨਮਾਜ਼ ਕਰਨ। ਤਾਂ ਉਹ ਮੇਨ ਫਕੀਰ ਕਹਿੰਦਾ ਚਲੋ ਆਪਾਂ ਮਸਜਿਦ ਵਿੱਚ ਚੱਲਦੇ ਹਾਂ। ਸਾਰੇ ਇਕੱਠੇ ਹੋ ਕੇ ਮਸਜਿਦ ਵਿੱਚ ਗਏ। ਕੀ ਦੇਖਿਆ ਅੱਗੋਂ ਕਹਿੰਦੇ ਅਕਬਰ ਬਾਦਸ਼ਾਹ ਗੋਡੇ ਮੂਧੇ ਮਾਰ ਕੇ, ਜਿੱਦਾਂ ਮੁਸਲਮਾਨ ਲੋਕ ਅੱਲਾ ਦੀ ਇਬਾਦਤ ਕਰਦੇ ਨੇ, ਅੱਖਾਂ ਉਹਨੇ ਬੰਦ ਕੀਤੀਆਂ ਨੇ ਤੇ ਆਵਾਜ਼ ਕੰਨਾਂ ਦੇ ਵਿੱਚ ਸਾਰਿਆਂ ਦੇ ਪੈ ਰਹੀ ਹੈ, ਯਾ ਅੱਲਾ ਤੂੰ ਮੈਨੂੰ ਰਾਜ ਭਾਗ ਬਹੁਤ ਵੱਡਾ ਦਿੱਤਾ ਹੈ, ਕਿਰਪਾ ਕਰ ਮੇਰਾ ਰਾਜ ਭਾਗ ਹੋਰ ਵੀ ਫੈਲੇ, ਮੇਰੇ ਰਾਜ ਭਾਗ ਨੂੰ ਕੋਈ ਦਬਾ ਨਾ ਸਕੇ। ਜਦੋਂ ਅਕਬਰ ਕਹਿੰਦੇ ਇਸ ਤਰ੍ਹਾਂ ਅੱਲਾ ਤੋਂ ਮੰਗਦਾ ਪਿਆ ਨਾ ਵੀ ਮੇਰਾ ਰਾਜ ਭਾਗ ਬਹੁਤ ਵਧੇ, ਤੇ ਜਿਹੜਾ ਮੇਨ ਫਕੀਰ ਹੈ ਨਾ ਉਹਨਾਂ ਦਾ, ਉਹ ਉੱਠ ਕੇ ਕਹਿੰਦੇ ਬਾਹਰ ਨੂੰ ਆ ਗਿਆ। ਤੇ ਇੰਨੇ ਚਿਰ ਨੂੰ ਕਹਿੰਦੇ ਨਾਲ ਦੇ ਫਕੀਰ ਕਹਿਣ ਲੱਗੇ ਕਿ ਫਕੀਰ ਸ਼ਾਹੀ ਆਏ ਸਾਂ ਕੁਝ ਮੰਗਣ, ਪਰ ਕਹਿੰਦੇ ਬਿਨਾਂ ਮੰਗੇ ਹੀ ਕਹਿੰਦੇ ਵਾਪਸ ਪਰਤ ਗਏ ਹੋ, ਇਹ ਕੀ ਗੱਲ? ਜਦੋਂ ਮੰਗਣੀ ਆਏ ਸਾਂ ਅਕਬਰ ਤੋਂ ਤਾਂ ਪਰ ਵਾਪਸ ਕਿਉਂ ਪਰਤ ਗਿਆ ਬਿਨਾਂ ਮਿਲਿਆ ਹੀ? ਉਧਰੋਂ ਕਹਿੰਦੇ ਅਕਬਰ ਵੀ ਉੱਠ ਕੇ ਆ ਗਿਆ। ਜਿਹੜੇ ਰੱਬ ਦੇ ਪਿਆਰੇ ਆ ਨਾ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ, ਕਹਿੰਦੇ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ, ਸਤਿਕਾਰ ਸਭ ਦਾ ਕਰਦੇ ਆ। ਅਕਬਰ ਵੀ ਉੱਠ ਕੇ ਆ ਗਿਆ ਤੇ ਨਾਲ ਦੇ ਕਹਿੰਦੇ ਵੀ ਆਏ ਸੀ ਮੰਗਣ ਪਰ ਬਿਨਾਂ ਮੰਗਿਆ ਉੱਠ ਕੇ ਤੁਰ ਗਏ, ਕੀ ਗੱਲ? ਫਕੀਰ ਕਹਿੰਦੇ ਮੰਗਤੇ ਤੋਂ ਕੀ ਮੰਗਣਾ ਹੈ? ਕਹਿੰਦੇ ਮੰਗਤੇ ਤੋਂ ਕੀ ਮੰਗਣਾ? ਉਹ ਕਹਿੰਦੇ ਸਮਝੇ ਨਹੀਂ। ਕਹਿੰਦੇ ਸਮਝਣਾ ਕਿੰਨਾ ਕੁ ਔਖਾ ਹੈ। ਕਹਿੰਦੇ ਇਹ ਵੀ ਮੰਗਤਾ ਹੈ, ਇਹ ਰੱਬ ਦਾ ਮੰਗਤਾ ਹੈ, ਅੱਲਾ ਦਾ ਮੰਗਤਾ ਹੈ, ਇਹਨੂੰ ਵਿੱਚ ਵਿਚੋਲਾ ਕਿਉਂ ਪਾਈਏ? ਜੇ ਇਹ ਅੱਲਾ ਨੂੰ ਕਹਿ ਸਕਦਾ ਵੀ ਮੇਰਾ ਰਾਜ ਭਾਗ ਬਹੁਤ ਵਧੇ। ਕਹਿੰਦੇ ਇੱਕ ਗ੍ਰੰਥੀ ਸਿੰਘ ਨੇ, ਹੁਣ ਮੇਰੇ ਦਿਵਾਲੇ ਨਾ ਤੁਸੀਂ ਹੋਇਓ, ਕਹਿੰਦੇ ਗ੍ਰੰਥੀ ਸਿੰਘ ਨੇ ਨਾ ਟਰੱਕ ਲੈ ਲਿਆ ਤੇ ਕਿਸੇ ਨੇ ਸ਼ਿਕਾਇਤ ਕਰਤੀ ਜਾ ਕੇ ਕਮੇਟੀ ਵਾਲਿਆਂ ਨੂੰ। ਉਹ ਕਹਿੰਦੇ ਜੀ ਤੁਹਾਨੂੰ ਪਤਾ ਹੈ ਵੀ ਤੁਹਾਡਾ ਜਿਹੜਾ ਗ੍ਰੰਥੀ ਸਿੰਘ ਨੇ ਟਰੱਕ ਲੈ ਲਿਆ, ਕੋਈ ਸੱਜਣ ਸੁਣਾ ਰਿਹਾ ਸੀ। ਕਹਿੰਦੇ ਵੀ ਨਾ ਸਾਨੂੰ ਤੇ ਪਤਾ ਨਹੀਂ। ਕਹਿੰਦੇ ਬੁਲਾਓ ਇਹਨੂੰ ਦਫ਼ਤਰ 'ਚ। ਬੁਲਾ ਲਿਆ ਜੀ। ਕਹਿੰਦੇ ਗਿਆਨੀ ਜੀ ਸੁਣਿਆ ਵੀ ਤੁਸੀਂ ਟਰੱਕ ਲੈ ਲਿਆ। ਕਹਿੰਦੇ ਸੁਣਿਆ ਕੀ ਹੈਗਾ ਮੇਰੇ ਕੋਲ? ਕਹਿੰਦੇ ਕਿੱਥੋਂ ਆਇਆ ਇਹ? ਉਹ ਕਹਿੰਦਾ ਭਲਿਓ ਤੁਸੀਂ ਮੇਰੇ ਤੋਂ ਅਰਦਾਸਾਂ ਕਰਵਾ ਕੇ ਐਡੀ ਵੱਡੀ ਤੁਸੀਂ ਟਰਾਂਸਪੋਰਟ ਬਣਾ ਲਈ, ਵੱਡੇ ਵੱਡੇ ਤੁਸੀਂ ਜਹਾਜ਼ ਬਣਾ ਲਏ, ਪਰ ਕਹਿੰਦੇ ਜੇ ਮੈਂ ਟਰੱਕ ਲੈ ਲਿਆ ਤੇ ਤੁਹਾਨੂੰ ਉਹ ਵੀ ਨਹੀਂ ਜਰਦਾ। ਜੇ ਮੈਂ ਤੁਹਾਡੀਆਂ ਅਰਦਾਸਾਂ ਕਰਕੇ ਤੁਹਾਡੀ ਇੰਨੀ ਵੱਡੀ ਟਰਾਂਸਪੋਰਟ ਬਣਾ ਸਕਦਾ, ਗੁਰੂ ਅੱਗੇ ਅਰਦਾਸ ਕਰਕੇ ਤੁਸੀਂ ਇੰਨੇ ਟਰੱਕ ਲੈ ਸਕਦੇ ਹੋ, ਇੰਨੀਆਂ ਫੈਕਟਰੀਆਂ, ਤੁਹਾਡੇ ਇੰਨੇ ਵੱਡੇ ਹਵਾਈ ਜਹਾਜ਼ ਨੇ, ਜੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਜੇ ਤੁਹਾਨੂੰ ਮੈਂ ਇੰਨਾ ਕੁਝ ਦਵਾ ਸਕਦਾ, ਤੇ ਜੇ ਮੈਂ ਬਾਬੇ ਤੋਂ ਇੱਕ ਟੁੱਟਿਆ ਜਾਂ 14,000 ਦਾ ਟਰੱਕ ਲੈ ਵੀ ਲਿਆ ਤੇ ਤੁਹਾਨੂੰ ਕਹਿੰਦੇ ਉਹ ਵੀ ਚੁੱਭਦਾ ਹੈ। ਕਹਿੰਦੇ ਨਹੀਂ ਗਿਆਨੀ ਜੀ ਜਾਓ, ਅਸੀਂ ਤਾਂ ਉਹੀ ਕਹਿੰਦੇ ਸੀ। ਸਾਨੂੰ ਇੰਜ ਲੱਗਦਾ, ਹੁਣ ਖਿਮਾ ਕਰਿਓ, ਸਾਨੂੰ ਇੰਜ ਲੱਗਦਾ ਵੀ ਜਿਹੜਾ ਗੁਰਦੁਆਰੇ ਦਾ ਰਾਗੀ ਭਾਈ ਹੈ ਨਾ, ਉਹਦੇ ਕੋਲ ਟੁੱਟਿਆ ਜਾਂ ਸਾਈਕਲ ਹੋਵੇ, ਚਿਰੜ ਕਰਦਾ ਜਾਵੇ, ਉਹਦਾ ਪਜਾਮਾ ਮਰਗਾੜ ਵਿੱਚ ਚੈਨ ਵਿੱਚ ਫਸਿਆ ਹੋਵੇ, ਤੇ ਸਾਨੂੰ ਲੱਗਦਾ ਵੀ ਆਹ ਭਾਈ ਬਹੁਤ ਵਧੀਆ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਇੰਨੇ ਵਧੀਆ ਘੋੜੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਵਧੀਆ ਘੋੜੇ ਆਪਣੇ ਸਿੱਖਾਂ ਨੂੰ, ਆਪਣੇ ਕਵੀਆਂ ਨੂੰ ਦੇ ਸਕਦੇ ਸਨ, ਤੇ ਜੇ ਇੱਕ ਕਹਿੰਦੇ ਗੁਰੂ ਦਾ ਸਿੱਖ ਜੇ ਐਦਾਂ ਕਰ ਲਵੇ ਤਾਂ ਸਾਡੇ ਮਨ ਵਿੱਚ ਇੰਨੀ ਰੰਜਸ ਨਹੀਂ। ਉਹ ਭਾਈ ਕਹਿੰਦਾ ਜੇ ਸ਼ਿਕਾਇਤ ਲਾਉਣੀ ਸੀ ਕਮੇਟੀ ਵਾਲਿਆਂ ਕੋਲੇ ਕੋਈ ਚੱਜ ਦੀ ਤਾਂ ਲਾਉਂਦੇ, ਜੇ ਚੱਜ ਦੀ ਲਾਉਂਦੇ ਤਾਂ ਕਿ ਉਹ ਮੇਰਾ ਜੁੱਲੀ ਬਿਸਤਰਾ ਚਕਾ ਤਾਂ ਦਿੰਦੇ। ਕਹਿੰਦੇ ਨਲੇ ਹੁਣ ਤੇਰਾ ਵੀ ਮੂੰਹ ਕਾਲਾ ਹੋਇਆ ਤੇ ਮੇਰੀ ਗੁਰੂ ਅੱਗੇ ਵਡਿਆਈ ਹੋਈ ਹੈ। ਇਹ ਹਕੀਕਤ ਹੈ, ਮੈਂ ਕੇਵਲ ਉਦਾਹਰਨ ਦਿੱਤੀ, ਇਹਨੂੰ ਹੋਰ ਪਾਸੇ ਨਾ ਲੈ ਜਾਓ। ਆਖੋ ਸਤਨਾਮ।
श्री वाहिगुरु। ये बेनती तां करन लग्या, जग जीवन पुरख त्याग कै मानस संधि आस। मदद एक दूजे की करनी है, पर जे अध्यात्मक जीवन बदलना है ना, वो गुरु ने बदलना है। ते अकबर नूं कहन लगा नाल दे अपने फकीरां नूं, फकीर कहंदा भी जे मंगना है आपां मंगते तू की मंगना है, आपां रब तो ही मंगांगे। जिस अल्लाह तो अकबर मंगदा है ते आपां सीधा ही अल्लाह तो मंग लैने। कहंदे इहनूं विच विचोला काहनूं पाउणा है। इसे तरह वो गुरु क्या सिखा, जे तू मंगना ही है ना, तो गुरु ग्रंथ ਸਾਹਿਬ महाराज सच्चे पातशाह तो मंग, अरदास कर। जे ग्रंथी सिंह अरदास करदे, साडी गुरु घर दी एक उन्हां समयां तो मर्यादा चली आ रही है, साडी एक मर्यादा। ते इत्थे गुरु अर्जन देव महाराज कहंदे, जग जीवन पुरख त्याग कै मानस संधि आस। कहंदे आम बंदियां दियां आसां तू छड्ड दे। अगला बचन बड़ा महत्वपूर्ण है। सतगुरु जी कहंदे, दोए पाए विगुची है, गल पई सो जम की फास। दोए दे अर्थ होंदे ने दुबदा, भाए दे अर्थ ने प्रेम प्यार। भाव जे तू प्रीत करनी है ना, वो एक नाल कर। कबीर प्रीत एक स्यों कीए, आन दुबदा जाए। कहंदे एक नाल प्रीत कर, तू दुबदा विच ना पै। सतगुरु जी कहंदे दोए भाई, ये बंदा भी दुबदा विच पिया है। कदे ये सच वाले बन्ने खड़ जाता है, जो वेखदे बंदा सच वाले बन्ने पासे खड़ा है, आपां कहने इहदे वर्गा सच्चा नहीं होना। दुबदा विच पैंदा है ते फिर झूठ वाले पासे भी हो जाता है। जिस हत्थ दे विच गुटका है ते उसे हत्थ दे विच ये फिल्मी मैगजीन नावल भी फड़िया ने पढ़दा पिया। कदी ये सच वाले पासे तुरदा है, कदी ये झूठ वाले पासे तुरदा है, कदी ये धार्मिक मंदिर धार्मिक स्थान वल जेड़े पैर आ रहे ने ते ओही पैर इहदे जुए खाने वल भी जा रहे ने। भाव ये कदी सच कदी झूठ, कदे चंगे पासे कदी माड़े पासे। इत्थे मेरे सतगुरु जी कहंदे दोए भाए विगुची है। विगुचियां दे अर्थ हुंदे ने खज्जल खवार होना। गल पई सो जम की फास। कहंदे तू दुबदा विच पिया है, ਜਿਹੜੇ बार-बार तेरे अंदर जन्म मरण दे कदी चंगे ते माड़े ਜਿਹੜੇ ख्याल पैदा ਹੁੰਦੇ ਨੇ, ਬੰਦਿਆ ਇਹੀ तेरी फाही बन रहे ने। जेहा बीजै सो लुणै, मत्थै जो लखियास। ਇਹ ਤੇ ਆਪਾਂ रोज बाणी विच भी पढ़ते हैं, आपे बीज आपे ही खाओ। जेहा बीजै सो लुणै, मत्थै जो लखियास। भगत फरीद साहब जी कहंदे, फरीदा लोड़े दाख बिजौरियां, किकर बीजै जट। हंडै उन कताई दा पैंदा लोड़े पट। कहंदे जिमीदार दी को उदाहरण दिती है। फरीदा लोड़े दाख बिजौरियां, बिजौर देश दियां दाखां मशहूर सन। कहंदे जे कोई जिमीदार बीजे किकरां दे बीज, किकरां दे बीज बीज के कवे बिजौर देश दियां दाखां मिल जाण, तब बाबा फरीद साहब जी कहंदे ऐसा हो नहीं सकेगा। जे किकरां दे बीज बीज के दाखां लभदा है, तो मेरे सतगुरु सच्चे पातशाह कहंदे जे वो ऐदा नहीं हो सकता, ते जे तू पाप बीज बीज के तू पुन्न लभदा है, ते सतगुरु कहंदे ये किवें हो सकता है। पाप पुन्न की है? तुहाडे माड़े ख्याल ही पाप ने, ते तुहाडे चंगे ख्याल ही पुन्न ने। सतगुरु कहंदे जे हाँ बीजै सो लुणै, मत्थै जो लखियास। ते अगले बचन ने रैन विहाणी पछताणी, उठ चलनी गई निरास। जेहा बीजै, जो जो तू बीज रिया शरीर रूप धरती विच, हिरदे रूप धरती विच, भावें तू शुभ कर्म बीज लै ते भावें तू माड़े कर्म बीज लै, वो कहंदे लिखे जाने ने। रैन विहाणी पछताणी, उठ चली गई निरास। मालक वल्लों तैनूं मनुखा जन्म मिलिया सी, पर जिंदगी दी रात हुण बिल्कुल सूरज कहंदे जिंदगी दा डुब्बण ते आया। ते पातशाह जी कहंदे जे तन शमशान घाट जाण तो पहलों पहलों बंदे दा मन सत संगत घाट दे राही कहंदे उस मालक नूं समझण तक पहुँच जावे, तो वह बंदा जिउंदे जी ब्रह्म ज्ञानी हुंदा है। जिउंदे जी तन शमशान घाट ते पहुँचण तो पहलां जिन्हों बाणी की समझ पै गई, वो जिउंदा जी ब्रह्म ज्ञानी है।
ਪਰ ਕਹਿੰਦੇ ਤਨ ਸ਼ਮਸ਼ਾਨ ਘਾਟ ਪਹੁੰਚ ਗਿਆ। ਹੱਡੀਆਂ ਕਹਿੰਦੇ ਇਕੱਠੀਆਂ ਕਰਕੇ ਕੁਝੇ 'ਚ ਪਾ ਕੇ ਕੀਰਤਪੁਰ ਸਾਹਿਬ ਵੀ ਲੈ ਗਏ। ਕਹਿੰਦੇ ਉਦੋਂ ਬਾਅਦ ਕਿਤੇ ਜਾ ਕੇ ਬ੍ਰਹਮ ਗਿਆਨੀ ਦਾ ਦਰਜਾ ਮਿਲਿਆ। ਇਹ ਤੇ ਸਵਾਲ ਪੈਦਾ ਹੁੰਦਾ ਹੈ ਵੀ ਜੇ ਜਿਉਂਦੇ ਜੀ ਤੂੰ ਬ੍ਰਹਮ ਗਿਆਨੀ, ਬ੍ਰਹਮ ਦਾ ਤੈਨੂੰ ਗਿਆਨ ਨਹੀਂ ਹੋਇਆ। ਬ੍ਰਹਮ ਗਿਆਨੀ ਕਿਸੇ ਗੱਡੀ ਚੋਲੇ ਦਾ ਨਾਮ ਨਹੀਂ। ਬ੍ਰਹਮ ਗਿਆਨੀ ਦੇ ਅਰਥ ਨੇ ਬ੍ਰਹਮ ਦਾ ਗਿਆਨ। ਤੁਹਾਡੇ ਵਿੱਚੋਂ ਵੀ ਕੋਈ ਟਰੱਕ ਚਲਾਉਣ ਵਾਲਾ, ਕੋਈ ਕਿਰਤੀ, ਕੋਈ ਮੇਰੀ ਮਾਤਾ ਭੈਣ ਕੰਮ ਧੰਦਾ ਕਰਨ ਵਾਲੀ ਵੀ ਬ੍ਰਹਮ ਗਿਆਨੀ ਹੋ ਸਕਦੀ ਹੈ। ਇੱਥੇ ਮੇਰੇ ਜਿਹੜੇ ਬਚਨ ਨੇ ਸਤਿਗੁਰਾਂ ਦੇ, ਕਹਿੰਦੇ ਰੈਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਜਦੋਂ ਜੇਠ ਮਿਲਾਨੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਇਹ ਗੱਲ ਕਹੀ ਸੀ ਨਾ, ਉਹ ਕਹਿੰਦਾ ਹਮਨੇ ਸੁਨਾ ਹੈ ਕਿ ਪੰਜਾਬ ਕੇ ਲੋਕ ਆਪ ਕੋ ਸੰਤ ਕਹਤੇ ਹੈ। ਤਾਂ ਅੱਗੋਂ ਸੰਤ, ਤੁਹਾਨੂੰ ਪਤਾ ਸੀ ਉਹਨਾਂ ਦੀ ਸਪੀਚ ਸੁਣ ਲਓ। ਤਾਂ ਉਹ ਅੱਗੋਂ ਕਹਿਣ ਲੱਗੇ ਮੈਂ ਕਿਹੜਾ ਲੋਕਾਂ ਨੂੰ ਸਰਟੀਫਿਕੇਟ ਦਿੱਤਾ ਵੀ ਮੈਨੂੰ ਸੰਤ ਕਹੋ, ਜਿਹੜੇ ਕਹਿੰਦੇ ਆ ਉਹਨਾਂ ਨੂੰ ਜਾ ਕੇ ਪੁੱਛੋ। ਤੇ ਬਾਬਾ ਜਰਨੈਲ ਸਿੰਘ ਕਹਿੰਦੇ ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਨਿਮਾਣਾ ਜਾਂ ਕੂਕਰ ਹਾਂ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਸਿੱਖ ਹਾਂ। ਇੱਥੇ ਕਹਿਣ ਤੋਂ ਭਾਵ ਰਹਿਣ ਵਿਹਾਣੀ ਪਛਤਾਣੀ, ਕਹਿੰਦੇ ਜ਼ਿੰਦਗੀ ਦੀ ਰਾਤ ਬਤੀਤ ਹੋ ਗਈ ਤੇ ਜਦੋਂ ਸਵਾਸ ਨਿਕਲਣ ਤੇ ਆ ਗਏ ਬੰਦਾ ਪਛਤਾਵਾ ਕਰਦਾ ਵੀ ਇੰਨਾ ਵਧੀਆ ਮਨੁੱਖਾ ਜਨਮ ਤੇ ਸਾਰਾ ਹੀ ਈਰਖਾ ਦਵੈਸ਼ ਵਿੱਚ ਕੱਢ ਦਿੱਤਾ ਤੇ ਜ਼ਿੰਦਗੀ ਸਾਰੀ ਨਿਰਾਸ਼ਤਾ ਵਿੱਚ ਲੰਘ ਗਈ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਖਲਾਸ ਦੇ ਅਰਥ ਨੇ ਭਾਵ ਕਿਸੇ ਚੀਜ਼ ਦਾ ਜਿਹੜਾ ਖਲਾਸ ਦੇ ਅਰਥ ਨੇ ਖਾਰਜ ਖਤਮ ਹੋ ਜਾਣਾ। ਤੇ ਇੱਥੇ ਬਚਨ ਨੇ ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਖਿਆਸ ਜਿਨ ਕੋ ਸਾਧੂ। ਇੱਥੇ ਸਾਧੂ ਦੇ ਅਰਥ ਨੇ ਗੁਰੂ, ਭੇਟੀਏ ਦੇ ਅਰਥ ਨੇ ਮਿਲਾਪ ਹੋ ਜਾਣਾ। ਜਿਨ ਕੋ ਸਾਧੂ ਭੇਟੀਐ, ਕਹਿੰਦੇ ਜਿਸ ਮਨੁੱਖ ਨੂੰ, ਜਿਸ ਪ੍ਰਾਣੀ ਨੂੰ ਸੁਰਤ ਤੇ ਸ਼ਬਦ ਦਾ ਮਿਲਾਪ ਹੋ ਗਿਆ, ਜਿਹਨੇ ਸ਼ਬਦ ਨੂੰ ਸਮਝ ਲਿਆ, ਸੋ ਦਰਗਹਿ ਹੋਏ ਖਲਾਸ। ਉਹਦੀ ਦਰਗਾਹ ਦੇ ਵਿੱਚ ਜਾਂ ਇੱਥੇ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਆ, ਉਹ ਜਿਉਂਦੇ ਜੀ ਮੁਕਤ ਹੈ। ਤੇ ਅਖੀਰ ਵਿੱਚ ਸਤਿਗੁਰੂ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਮਾਲਕ ਵਾਹਿਗੁਰੂ ਜੀ ਕਿਰਪਾ ਕਰੋ। ਕਿਹੜੀ ਕਿਰਪਾ? ਕਹਿੰਦੇ ਤੇਰੇ ਦਰਸ਼ਨ ਹੋਏ ਪਿਆਸ। ਜਿਵੇਂ ਪਾਣੀ ਦੀ ਪਿਆਸ ਲੱਗਦੀ ਹੈ, ਬੰਦਾ ਪਾਣੀ ਵੱਲ ਭੱਜਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਐਸੀ ਕਿਰਪਾ ਕਰੋ ਮੈਨੂੰ ਤੇਰੀ ਬਾਣੀ ਦੀ ਪਿਆਸ ਨਹੀਂ ਲੱਗ ਰਹੀ। ਕਿਰਪਾ ਕਰੋ ਕਿ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਅੰਦਰ ਇੱਕ ਚਾਨਣਾ ਬਣ ਜੇ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਪੰਜਵੇਂ ਸਤਿਗੁਰੂ ਅਖੀਰ ਵਿੱਚ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੁਹਾਡੇ ਤੋਂ ਬਿਨਾ ਮੇਰਾ ਹੋਰ ਕੋਈ ਦੂਜਾ ਨਹੀਂ। ਭਾਵ ਜਦੋਂ ਦੂਜਾ ਵਿੱਚ ਆ ਗਿਆ ਫਿਰ ਉੱਥੇ ਪਿਆਰ ਨਹੀਂ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਮੇਰੀ ਵਾਹਿਗੁਰੂ ਦੇ ਚਰਨਾਂ ਵਿੱਚ ਸਤਿਗੁਰੂ ਜੀ ਉਹ ਅਰਦਾਸ ਹੈ ਤੁਹਾਡੇ ਕਿ ਮੇਰੇ ਤੇ ਤੇਰੇ ਵਿਚਾਲੇ ਕੋਈ ਨਾ ਆਵੇ। ਬਸ ਇਹ ਅਰਦਾਸ ਹੈ ਕਿ ਪਿਆਰ ਬਣਿਆ ਰਵੇ, ਤੇਰੇ ਦਰਸ਼ਨਾਂ ਦੀ ਪਿਆਸ ਹਮੇਸ਼ਾ ਲੱਗੀ ਰਵੇ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਕਹਿੰਦੇ ਹਾੜ ਦਾ ਮਹੀਨਾ ਕਈਆਂ ਨੂੰ ਬਹੁਤ ਬੁਰਾ ਲੱਗਦਾ ਹੈ। ਹਾੜ ਦੇ ਮਹੀਨੇ, ਜੇਠ ਦੇ ਮਹੀਨੇ ਤੋਂ ਕਈ ਲੋਕ ਡਰਦੇ ਨੇ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਾੜ ਦਾ ਮਹੀਨਾ ਮੇਰੇ ਲਈ ਬਹੁਤ ਸੁਹਾਵਣ ਹੈ, ਬਹੁਤ ਸ਼ੁਭ ਹੈ, ਬਹੁਤ ਚੰਗਾ। ਕਿਉਂ ਚੰਗਾ? ਕਿਉਂ ਸੋਹਣਾ ਲੱਗਦਾ ਹੈ? ਪਾਤਸ਼ਾਹ ਕਹਿੰਦੇ ਮੈਂ ਤੱਤੀ ਤਵੀ ਤੇ ਬੈਠਾ ਫਿਰ ਵੀ ਉਸ ਮਾਲਕ ਨਾਲ ਜੁੜਿਆ। ਉਬਲਦੀ ਦੇਗ ਦੇ ਵਿੱਚ ਬਹਿ ਕੇ ਸਤਿਗੁਰੂ ਸੀਸ ਵਿੱਚ ਗਰਮ ਰੇਤ ਪੈ ਰਹੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ, ਵੇਖੋ ਗੁਰੂ ਕਿੰਨਾ ਸਮਰੱਥ ਹੈ, ਤੱਤੀ ਤਵੀ ਉਬਲਦੀ ਦੇਗ ਵਿੱਚ ਬਹਿਣ ਤੋਂ ਪਹਿਲਾਂ ਦੀ ਬਾਣੀ ਉਚਾਰੀ ਹੈ। ਇਹਦਾ ਮਤਲਬ ਸਤਿਗੁਰਾਂ ਨੂੰ ਭੂਤ ਕਾਲ ਵਰਤਮਾਨ ਭਵਿੱਖ ਫਿਊਚਰ ਆਉਣ ਵਾਲਾ ਸਮਾਂ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਤੱਤੀ ਤਵੀ ਤੇ ਉਬਲਦੀ ਦੇਗ ਵਿੱਚ ਕੋਈ ਇਹੋ ਜਿਹਾ ਰੱਬੀ ਵਿਧਾਨ, ਕੋਈ ਇੱਦਾਂ ਦਾ ਕੋਈ ਇਤਿਹਾਸ ਸਿਰਜਿਆ ਜਾਣਾ, ਸਾਨੂੰ ਉਹਦੇ ਵਿੱਚ ਬੈਠਣਾ ਪੈਣਾ। ਪਰ ਸਤਿਗੁਰਾਂ ਨੇ ਇਹ ਕਹਿ ਦਿੱਤਾ ਕਿ ਭਾਵੇਂ ਉਬਲਦੀ ਦੇਗ ਤੇ ਤੱਤੀ ਤਵੀ ਵੀ ਹੋਵੇ, ਹਾੜ ਦਾ ਮਹੀਨਾ ਹੋਵੇ, ਤੇ ਹਾੜ ਦਾ ਮਹੀਨਾ ਵੀ ਸਾਡੇ ਲਈ ਸੁਹਾਵਣਾ ਹੈ, ਹਾੜ ਦਾ ਮਹੀਨਾ ਵੀ ਸਾਡੇ ਲਈ ਸੋਭਨੀਕ ਹੈ। ਅਖੀਰ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ। ਆਓ ਪਿਆਰ ਦੇ ਨਾਲ ਆਰੰਭਕ ਬਚਨਾਂ ਦੇ ਨਾਲ ਜੁੜੀਏ।
ਅਸਾੜ ਤਪੰਦਾ ਤਿਸ ਲੱਗੈ, ਹਰ ਨਾਮ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ ਜਿਨ੍ਹਾਂ ਸੰਗਤਾਂ ਨੇ